ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਊਚੇ ਸੁਰ ਸੋ ਸ਼ਬਦ ਬਸਾਇਓ। ਰਾਮ ਕਲੀ ਸੋ ਰਾਗ ਮਹਿ ਗਾਇਓ। ਸੁਨ ਸੁਨ ਕਰ ਬਹੁ ਮਾਨਵ ਆਏ। ਪ੍ਰੀਤ ਧਾਰ ਬੈਸੇ ਤਹਿਤਾ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਬਰ ਛਤਰ ਤਖਤ ਕੇ ਮਾਲਕ, ਸਾਹਿਬੇ ਕਮਾਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਸੰਧਿਆ ਦੇ ਪਾਵਨ ਸੁੰਦਰ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਦਇਆ ਸਦਕਾ ਸਤ ਸੰਗਤ ਕਰਨ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਹਨ। ਅੰਮ੍ਰਿਤ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਜਗਤ ਗੁਰਦੇਵ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰਿਓ ਸ਼ੁਭ ਬੰਸ ਪ੍ਰਧਾਨਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਪਾਸ ਆਪ ਜੀ ਜੁੜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਧਰਤੀ ਤੇ ਪਹੁੰਚੇ ਜਿੱਥੇ ਸ੍ਰੀ ਕ੍ਰਿਸ਼ਨ ਜੀ ਨੇ ਅਨੇਕਾਂ ਕੌਤਕ ਕੀਤੇ ਨੇ। ਉੱਥੇ ਇੱਕ ਪਰਬਤ ਪਿਆ ਹੈ ਜਿਹਨੂੰ ਵੇਖ ਕੇ ਮਹਾਰਾਜ ਨੂੰ ਗੁਰਸਿੱਖਾਂ ਨੇ ਸਵਾਲ ਕੀਤਾ, ਗੁਰਨੀਕ ਗਰੀਬ ਨਵਾਜ ਇਹ ਪਰਬਤ ਇੱਥੇ ਇਕੱਲਾ ਕਿਉਂ ਹੈ? ਮਹਾਰਾਜ ਨੇ ਉਸ ਪਰਬਤ ਦੀ ਪ੍ਰਾਣ ਕਥਾ ਜਿਹੜੀ ਉਹ ਸੁਣਾਈ। ਜਦੋਂ ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਉੱਪਰ ਪੁਲ ਬੰਨਿਆ ਤੇ ਉਹ ਪੱਥਰ ਜਿਹੜੇ ਸਾਨੂੰ ਲੈ ਕੇ ਜਾਂਦੇ ਸਨ ਬਾਨਰ, ਇੱਕ ਪੱਥਰ ਇਹੋ ਜਿਹਾ ਸੀ ਜਿਹਨੂੰ ਪਵਨ ਪੁੱਤਰ ਹਨੂਮਾਨ ਨੇ ਚੁੱਕਿਆ। ਉਹ ਕਹਿੰਦਾ ਤਾਂ ਲੈ ਕੇ ਜਾਈ ਜੇਕਰ ਤੂੰ ਮੈਨੂੰ
ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਹੇਠਾਂ ਟਿਕਾਵੇ। ਹੁਣ ਉਹਨਾਂ ਨੇ ਬਚਨ ਕਰ ਲਿਆ ਵੀ ਠੀਕ ਹੈ ਉੱਥੇ ਟਿਕਾਵਾਂਗਾ। ਪਰ ਜਦੋਂ ਲੈ ਕੇ ਜਾ ਰਹੇ ਸਨ ਤੇ ਇੰਨੇ ਨੂੰ ਸੁਨੇਹਾ ਮਿਲ ਗਿਆ ਵੀ ਪੁਲ ਸੰਪੂਰਨ ਹੋ ਗਿਆ। ਹੁਣ ਉੱਥੇ ਹੀ ਬਹਿ ਗਏ, ਉੱਥੇ ਹੀ ਰੁਕ ਗਏ ਵੀ ਮੈਂ ਕਿਵੇਂ ਇਹਨੂੰ ਨਾ ਛੱਡ ਕੇ ਜਾਣ ਜੋਗਾ ਨਾ ਲੈ ਕੇ ਜਾਣ ਜੋਗਾ। ਤੇ ਜਦੋਂ ਫਿਰ ਸੁਨੇਹਾ ਭੇਜਿਆ ਸ੍ਰੀ ਰਾਮ ਚੰਦਰ ਜੀ ਨੇ ਤਾਂ ਉਹਨਾਂ ਨੇ ਆਖਿਆ ਵੀ ਮੈਂ ਤਾਂ ਇਹਦੇ ਨਾਲ ਬਚਨ ਕੀਤਾ ਸੀ। ਕਹਿੰਦੇ ਠੀਕ ਹੈ ਇਹ ਬਚਨ ਪਗਾਵਾਂਗੇ ਪਰ ਹੁਣ ਨਹੀਂ, ਦੁਆਪਰ ਯੁੱਗ ਦੇ ਵਿੱਚ ਇਸੇ ਪਰਬਤ ਦੇ ਉੱਪਰ ਆ ਕੇ ਫਿਰ ਕੌਤਕ ਕਰਾਂਗੇ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਰਬਤ ਦੀ ਜਿਹੜੀ ਪੁਰਾਣਕ ਕਥਾ ਹੈ ਉਹ ਸਰਵਣ ਕਰਾਈ। ਤੇ ਜਦੋਂ ਪਾਤਸ਼ਾਹ ਇਸ ਧਰਤੀ ਤੇ ਪਹੁੰਚੇ ਬੜਾ ਭਾਰੀ ਪਰਬ ਲੱਗਾ ਸੀ। ਅਨੇਕਾਂ ਲੋਕ ਇਕੱਠੇ ਹੋ ਕਰਕੇ ਸਵਾਂਗ ਬਣਾ ਕਰਕੇ ਉਥੇ ਰਾਸ ਧਾਰੀਏ ਰਾਸ ਪਾ ਰਹੇ ਸਨ। ਪਖੰਡ ਕਰ ਕਰਕੇ ਲੋਕਾਂ ਨੂੰ ਦਿਖਾ ਰਹੇ ਸਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉੱਥੇ ਰਬਾਬ ਵਜਵਾ ਕੇ ਰਾਗ ਰਾਮ ਕਲੀ ਵਿੱਚ ਇੱਕ ਪਾਵਨ ਸ਼ਬਦ ਉਚਾਰਨ ਕੀਤਾ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨ ਅਰ ਤਪਤਰ ਹੈ। ਸਾ ਧਰਤੀ ਸੋ ਪਾਉਣ ਝੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਕਲਯੁਗ ਦੇ ਲਕਸ਼ਣ ਮਹਾਰਾਜ ਨੇ ਇਸ ਸ਼ਬਦ ਦੁਆਰਾ ਦੱਸੇ। ਆਓ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਕਰਕੇ ਜੈਸੇ ਉਹਨਾਂ ਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ, ਆਪਾਂ ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਅਦਬ ਸਹਿਤ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਊਚੇ ਸੁਰਸੋ ਸ਼ਬਦ ਬਸਾਇਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਚੀ ਸੁਰ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਗਾਇਨ ਕੀਤਾ ਹੈ। ਰਾਮ ਕਲੀ ਸੋ ਰਾਗ ਮਹਿ ਗਾਇਓ। ਰਾਗ ਰਾਮ ਕਲੀ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਗੁਰਦੇਵ ਜੀ ਨੇ ਉਚਾਰਿਆ ਹੈ। ਸੁਨ ਸੁਨ ਕਰ ਬਹੁ ਮਾਨਵੇ ਆਏ। ਸਤਿਗੁਰਾਂ ਦੀ ਰਸਨਾ ਦੇ ਵਿੱਚੋਂ ਜਦੋਂ ਅੰਮ੍ਰਿਤ ਪ੍ਰਗਟ ਹੋਣ ਲੱਗਾ ਸ਼ਬਦ ਰਾਹੀਂ, ਹਰ ਕਿਸੇ ਦਾ ਦਿਲ ਖਿੱਚਿਆ ਗਿਆ। ਐਸਾ ਅੰਮ੍ਰਿਤ ਮਹਾਰਾਜ ਦੀ ਰਸਨਾ ਤੋਂ ਬਰਸਦਾ, ਜਿਹਦੇ ਜਿਹਦੇ ਕੰਨਾਂ ਵਿੱਚ ਬੋਲ ਪੈਂਦੇ ਨੇ ਹਿਰਦਾ ਵਿੰਨਿਆ ਜਾਂਦਾ ਹੈ। ਗੁਰਦੇਵ ਦੇ ਬਚਨ ਸੁਣ ਸੁਣ ਕੇ ਸਾਰੇ ਮਨੁੱਖ ਇਕੱਤਰ ਹੋ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਪ੍ਰੀਤ ਧਾਰ ਬੈਸੇ ਤਹਿ ਥਾਏ। ਹਿਰਦੇ ਵਿੱਚ ਪ੍ਰੀਤ ਧਾਰ ਕੇ ਗੁਰਦੇਵ ਦੇ ਪਾਸ ਬਹਿ ਗਏ। ਕੇਤਕ ਪੰਡਿਤ ਤਿਨੈ ਮਝਾਰੀ। ਉਹਨਾਂ ਦੇ ਵਿੱਚ ਕੁਝ ਕੁ ਵਿਦਵਾਨ ਪੰਡਿਤ ਹਨ। ਸ਼ਬਦ ਸਰੋਣ ਸੁਨ ਗਿਰਾ ਉਚਾਰੀ। ਸਤਿਗੁਰਾਂ ਦੇ ਪਾਸੋਂ ਗੁਰਬਾਣੀ ਦਾ ਸ਼ਬਦ ਸੁਣ ਕੇ ਤਿਨਾਂ ਬੇਨਤੀ ਕੀਤੀ ਹੈ। ਇਸ ਕੇ ਅਰਥ ਸੁਣਾਈਏ ਹਮਕੋ। ਮਹਾਰਾਜ ਜਿਹੜਾ ਸ਼ਬਦ ਆਪ ਜੀ ਨੇ ਉਚਾਰਨ ਕੀਤਾ ਹੈ, ਕਿਰਪਾ ਕਰਕੇ ਇਸ ਸ਼ਬਦ ਦੇ ਅਰਥ ਵੀ ਸਾਨੂੰ ਸੁਣਾ ਦਿਓ। ਸੰਤ ਰੂਪ ਦੇਖਤ ਹੈ ਤੁਮਕੋ। ਮਹਾਰਾਜ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਜਾਪਦਾ ਜੈਸੇ ਕੋਈ ਸੰਤ ਹੋ। ਮਹਾਰਾਜ ਤੁਹਾਡੇ ਵਿੱਚੋਂ ਸੰਤ ਬਾਰੇ ਲੱਛਣ ਜਿਹੜੇ ਹਨ ਉਹ ਦਿਖਾਈ ਦਿੰਦੇ ਹਨ। ਕੋਈ ਪੂਰਨ ਸੰਤ ਤੁਸੀਂ ਲੱਗਦੇ ਹੋ। ਸ਼੍ਰੀ ਨਾਨਕ ਸੁਨ ਅਰਥ ਬਖਾਨਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਿੰਨਾਂ ਪੰਡਤਾਂ ਦੀ ਅਰਦਾਸ ਬੇਨਤੀ ਸੁਣ ਕੇ ਇਸ ਪਾਵਨ ਸ਼ਬਦ ਦੇ ਅਰਥ ਦੱਸੇ ਹਨ। ਇੱਕ ਮਨ ਹੈ ਕਰ ਸੁਨਹੁ ਸੁਜਾਨਾ। ਸਤਿਗੁਰੂ ਕਹਿੰਦੇ ਹੈ ਸੁਜਾਨੋ ਇੱਕ ਮਨ ਇੱਕ ਚਿੱਤ ਹੋ ਕਰਕੇ ਇਸ ਸ਼ਬਦ ਦੇ ਅਰਥ ਸੁਣਨਾ ਕਰੋ। ਸਸਰਵ ਉਡ ਚਿਤ ਬਾਏ ਸੋ ਤੈਸੇ। ਗੁਰਦੇਵ ਕਹਿੰਦੇ ਚਾਹੇ ਚੰਦਰਮਾ ਹੈ, ਚਾਹੇ ਸੂਰਜ ਹੈ, ਤਾਰੇ ਹਨ, ਧਰਤੀ ਹੈ, ਇਸੇ ਤਰ੍ਹਾਂ ਪੌਣ ਆਦਿਕ ਹੈ। ਤ੍ਰੈ ਯੁਗ ਮਹਿ ਵਰਤੇ ਥੀ ਜੈਸੇ। ਤਿੰਨਾਂ ਯੁਗਾਂ ਦੇ ਵਿੱਚ ਇਹ ਸਾਰਾ ਕੁਝ ਉਸੇ ਤਰ੍ਹਾਂ ਹੀ ਵਰਤ ਰਿਹਾ। ਜਿਵੇਂ ਸੂਰਜ ਸਤਿਯੁਗ ਵਿੱਚ ਚੜ੍ਹਦਾ ਸੀ,
ਚੰਦਰਮਾ ਚੜ੍ਹਦਾ ਸੀ, ਪੌਣ ਚੱਲਦੀ ਸੀ, ਧਰਤੀ ਸੀ। ਤ੍ਰੇਤੇ ਵਿੱਚ ਵੀ ਸਾਰਾ ਕੁਝ ਉਸੇ ਤਰ੍ਹਾਂ ਹੀ ਵਰਤਾਰਾ ਵਰਤਿਆ। ਦੁਆਪਰ ਯੁੱਗ ਵਿੱਚ ਉਹ ਵਰਤਾਰਾ ਉਸੇ ਤਰ੍ਹਾਂ ਵਰਤਿਆ। ਗੁਰਦੇਵ ਕਹਿੰਦੇ ਕਲਯੁੱਗ ਦਾ ਸਮਾਂ, ਕਲਯੁੱਗ ਦੇ ਸਮੇਂ ਵਿੱਚ ਵੀ ਇਹ ਸਾਰਾ ਵਰਤਾਰਾ ਇੱਕੋ ਤਰ੍ਹਾਂ ਉਸੇ ਤਰ੍ਹਾਂ ਹੀ ਵਰਤ ਰਿਹਾ ਹੈ। ਦੋਹਰਾ ਮਾਨਵ ਮਲਿਨ ਬੁੱਧੀ ਭਏ, ਜਾਂ ਤੇ ਕਲੀ ਲਖਾਏ। ਆਪਾਂ ਕਹਿੰਦੇ ਆ ਜੀ ਘੋਰ ਕਲਯੁੱਗ ਆ ਗਿਆ, ਪਰ ਕਲਯੁੱਗ ਆਇਆ ਕਿਵੇਂ? ਅਸਲ ਵਿੱਚ ਮਨੁੱਖ ਦੀ ਬੁੱਧੀ ਮਲੀਨ ਹੋ ਗਈ ਹੈ। ਸਮਾਂ ਬਦਲਦਾ ਹੈ ਨਾ, ਸਮਾਂ ਤਾਂ ਬਦਲਿਆ ਹੈ, ਪਰ ਸਮੇਂ ਦੇ ਨਾਲ ਨਾਲ ਅਸਲ ਵਿੱਚ ਜਿਉਂ-ਜਿਉਂ ਮਨੁੱਖ ਦੀ ਬੁੱਧੀ ਮਲੀਨ ਹੁੰਦੀ ਗਈ, ਇਹੀ ਕਲਯੁੱਗ ਦੇ ਲੱਛਣ ਨੇ। ਬੁੱਧੀ ਮਲੀਨ ਹੋਣੇ ਕਰਕੇ ਇਹਦੇ ਲੱਛਣ, ਇਹਦੇ ਕਰਮ ਵੀ ਉੱਦਾਂ ਦੇ ਹੋ ਗਏ। ਜਿਵੇਂ ਵੇਖੋ ਨਦੀਆਂ ਪਹਾੜਾਂ ਵਿੱਚੋਂ ਨਿਕਲਦੀਆਂ ਨੇ, ਨਦੀਆਂ ਦਾ ਪਾਣੀ ਬੜਾ ਸਵੱਛ ਹੁੰਦਾ, ਸਾਫ ਸੁਥਰਾ ਹੁੰਦਾ ਹੈ, ਪਰ ਜਿਉਂ-ਜਿਉਂ ਉਹ ਪਿੰਡਾਂ ਨੂੰ, ਸ਼ਹਿਰਾਂ ਨੂੰ, ਨਗਰਾਂ ਨੂੰ ਸਪਰਸ਼ ਕਰਦੀਆਂ ਜਾਂਦੀਆਂ, ਜਿਉਂ-ਜਿਉਂ ਸ਼ਹਿਰਾਂ ਵਿੱਚੋਂ ਨਿਕਲਦੀਆਂ ਨੇ, ਤਿਉਂ-ਤਿਉਂ ਵੇਖੋ ਉਹਨਾਂ ਦਾ ਪਾਣੀ ਮੈਲਾ ਹੁੰਦਾ ਜਾਂਦਾ ਹੈ। ਚਾਹੇ ਉਹ ਗੰਗਾ ਹੈ, ਚਾਹੇ ਜਮਨ ਹੈ, ਚਾਹੇ ਸਤਲੁਜ ਹੈ। ਜਦੋਂ ਇਹ ਨਿਕਲੀਆਂ ਪਹਾੜਾਂ ਵਿੱਚੋਂ, ਪਾਣੀ ਤਾਂ ਸ਼ੁੱਧ ਸੀ ਨਾ ਉਹਨਾਂ ਦਾ, ਪਰ ਮੈਲੀ ਕਿਉਂ ਹੋਈ ਗੰਗਾ, ਮੈਲੀ ਕਿਉਂ ਹੋਈ ਜਮਨਾ? ਜਿਉਂ-ਜਿਉਂ ਉਹ ਸ਼ਹਿਰਾਂ ਦੇ ਵਿੱਚੋਂ ਵਿਚਰਦੀ ਅੱਗੇ ਨੂੰ ਲੰਘ ਗਈ ਨਦੀ, ਤਿਉਂ-ਤਿਉਂ ਉੱਥੋਂ ਦਾ ਸਾਰਾ ਜਿਹੜਾ ਕਬਾੜ ਉਹਦੇ ਵਿੱਚ ਜਦੋਂ ਪ੍ਰਵੇਸ਼ ਹੋ ਗਿਆ ਤੇ ਉਹ ਮੈਲੀ ਹੋ ਗਈ ਗੰਗਾ। ਮਨੁੱਖ ਦੀ ਬੁੱਧੀ ਵੀ ਕੁਝ ਇਸੇ ਤਰ੍ਹਾਂ ਹੈ। ਜਦੋਂ ਬੱਚਾ ਜਨਮਦਾ ਹੈ, ਆਪਾਂ ਕਹਿੰਦੇ ਹਾਂ ਜੀ ਬੱਚਾ ਰੱਬ ਹੈ, ਰੱਬ ਰੂਪ ਹੈ, ਪਰ ਅਸਲ ਵਿੱਚ ਉਹਦੇ ਵਿੱਚ ਲੱਛਣ ਹੁੰਦਾ ਹੈ। ਇਹ ਤਾਂ ਸਾਡੀ ਇੱਕ ਅਗਿਆਨਤਾ ਹੈ ਵੀ ਆਪਾਂ ਕਹਿੰਦੇ ਆ ਵੀ ਬੱਚਾ ਰੱਬ ਰੂਪ ਹੈ, ਨਹੀਂ, ਉਹਦੇ ਵਿੱਚ ਗੁਣ ਹੈ। ਲੋਕ ਕਹਿੰਦੇ ਬੱਚਾ ਬ੍ਰਹਮ ਗਿਆਨੀ, ਗੁਣ ਹੈ। ਗੁਣ ਕੀ ਹੈ? ਵੀ ਉਹਨੂੰ ਵਿਕਾਰ ਕੋਈ ਸਪਰਸ਼ ਨਹੀਂ ਕੀਤਾ ਹੁੰਦਾ, ਬੱਚਾ ਵਿਕਾਰ ਰਹਿਤ ਹੁੰਦਾ ਹੈ। ਉਹਦੇ ਅੰਦਰ ਨਾ ਝੂਠ ਹੈ, ਨਾ ਫਰੇਬ ਹੈ, ਨਾ ਕੋਈ ਵਿਕਾਰ ਹੈ, ਬਿਲਕੁਲ ਸ਼ੁੱਧ ਹੈ। ਕਿਉਂਕਿ ਉਹ ਜਿਹੜੀ ਅੰਦਰ ਲਿਵ ਲੱਗੀ ਹੁੰਦੀ ਹੈ ਨਾ ਮਾਤਾ ਦੇ ਉਦਰ ਦੇ ਵਿੱਚ, ਉਹ ਸਾਰੀ ਖੇਡ ਬਣੀ ਹੁੰਦੀ ਹੈ। ਪਰ ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਹੈ, ਉਹਦਾ ਮਨ ਵਿਕਾਸ ਕਰਦਾ ਹੈ, ਸੰਸਾਰ ਵਿੱਚ ਵਿਚਰਦਾ ਹੈ, ਮਨ ਮੈਲਾ ਹੁੰਦਾ ਜਾਂਦਾ ਹੈ। ਜਿਉਂ-ਜਿਉਂ ਮਨ ਮੈਲਾ ਹੁੰਦਾ ਹੈ, ਤਿਉਂ-ਤਿਉਂ ਸਾਰੇ ਵਿਕਾਰ ਉਹਦੇ ਜੀਵਨ ਵਿੱਚ ਹੌਲੀ-ਹੌਲੀ ਪ੍ਰਵਿਰਤ ਹੋਣੇ ਸ਼ੁਰੂ ਹੋ ਜਾਂਦੇ ਨੇ। ਆਪਾਂ ਕਹਿੰਦੇ ਆ ਵੀ ਸਮਾਂ ਬੜਾ ਬੁਰਾ ਆ ਗਿਆ। ਸਮਾਂ ਨਹੀਂ ਬੁਰਾ ਆਇਆ ਜੀ, ਇਹੀ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵੀ ਸਮਾਂ ਵੀ ਉਹੀ ਹੈ, ਧਰਤੀ ਵੀ ਉਹੀ ਹੈ, ਸੂਰਜ ਵੀ ਉਹੀ ਹੈ, ਚੰਦਰਮੇ ਵੀ ਉਹੀ ਹੈ, ਸਾਰਾ ਕੁਝ ਬਦਲਿਆ ਤਾਂ ਨਹੀਂ। ਬਦਲਿਆ ਕੀ ਹੈ? ਮਨੁੱਖ ਦੀ ਬੁੱਧੀ ਬਦਲ ਗਈ ਹੈ। ਸਮੇਂ-ਸਮੇਂ ਦੇ ਨਾਲ ਮਨੁੱਖ ਦੇ ਅੰਦਰ ਵਿਕਾਰ ਜਿਉਂ-ਜਿਉਂ ਪ੍ਰਵਿਰਤ ਹੁੰਦੇ ਗਏ ਨੇ, ਤਿਉਂ-ਤਿਉਂ ਬੁੱਧੀ ਸਾਡੀ ਮਲੀਨ ਹੁੰਦੀ ਗਈ। ਦੋਸ਼ ਅਸੀਂ ਸਮੇਂ ਨੂੰ ਦਿੰਦੇ ਹਾਂ, ਪਰ ਮਲੀਨ ਅਸੀਂ ਖੁਦ ਹਾਂ। ਖਿਮਾ ਕਰਿਓ, ਆਪਾਂ ਕਹਿੰਦੇ ਆ ਵੀ ਕਲਯੁੱਗ ਆ ਗਿਆ ਜੀ, ਸਮਾਂ ਬੜਾ ਭੈੜਾ ਆ ਗਿਆ। ਸਮਾਂ ਨਹੀਂ ਭੈੜਾ ਆਇਆ, ਸਮਾਂ ਤਾਂ ਉਹੀ ਹੈ। ਗੁਰਦੇਵ ਕਹਿੰਦੇ ਤੇਰੀ ਬੁੱਧੀ ਭੈੜੀ ਹੋ ਗਈ ਹੈ, ਤੇਰੀ ਮਤ ਮਲੀਨ ਹੋ ਗਈ। ਗੁਰਮਤ ਨੂੰ ਛੱਡ, ਤੂੰ ਦੁਰਮਤ ਨੂੰ ਗ੍ਰਹਿਣ ਕਰ ਲਿਆ। ਹੁਣ ਤੈਨੂੰ ਲੱਗਦਾ ਵੀ ਸਮਾਂ ਮਲੀਨ ਹੈ। ਨਹੀਂ, ਐਸਾ ਨਹੀਂ, ਤੇਰੀ ਬੁੱਧੀ ਮਲੀਨ ਹੋ ਚੁੱਕੀ ਹੈ। ਗੁਰਦੇਵ ਪਿਤਾ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਮਾਨਵ ਮਲਨ ਬੁੱਧੀ ਭਏ, ਜਾਂ ਤੇ ਕਲੀ ਲਖਾਏ। ਅਸਲ ਵਿੱਚ ਮਨੁੱਖਾਂ ਦੀ ਬੁੱਧੀ ਮਲੀਨ ਹੋ ਚੁੱਕੀ ਹੈ। ਇਸ ਕਰਕੇ ਇਹ ਜਿਹੜਾ ਕਲਯੁੱਗ ਜਾਣਿਆ ਜਾਂਦਾ ਹੈ, ਮਨੁੱਖ ਦੇ ਕੀਤੇ ਹੋਏ ਕਰਮਾਂ ਤੋਂ, ਮਨੁੱਖ ਦੇ ਲੱਛਣਾਂ ਤੋਂ ਇਹਦਾ ਅਨੁਭਵ ਹੁੰਦਾ ਹੈ। ਪੁਨ ਇਨ ਕੋ ਵਿਸ਼ਵਾਸ ਕਿਆ, ਕਲ ਜੇ ਨਰ ਜਨਮਾਏ। ਫਿਰ ਸਤਿਗੁਰੂ ਕਹਿੰਦੇ ਵੀ ਜਿਹੜੇ ਮਨੁੱਖ ਕਲਯੁੱਗ ਵਿੱਚ ਜਨਮਦੇ ਨੇ, ਫਿਰ ਉਹਨਾਂ ਦਾ ਵਿਸ਼ਵਾਸ ਵੀ ਕੀ ਹੈ? ਪਹਿਲਾਂ ਤਾਂ ਮੰਨਿਆ ਜਾਂਦਾ ਸੀ ਨਾ, ਬੜੀ ਲੰਮੀ ਉਮਰ ਹੁੰਦੀ ਸੀ, ਕਈ ਹਜ਼ਾਰ ਸਾਲ ਮਨੁੱਖ ਦੀ ਉਮਰ ਹੁੰਦੀ ਸੀ। ਤੇ ਜਦੋਂ ਕਲਯੁੱਗ ਆ ਗਿਆ, ਮਹਾਰਾਜ ਕਹਿੰਦੇ ਹੁਣ ਕੀ ਵਿਸ਼ਵਾਸ ਕਰੀਏ? ਇੱਥੇ ਤਾਂ ਕਿਸੇ ਦੀ 40 ਸਾਲ, ਕਿਸੇ ਦੀ 50 ਸਾਲ, ਵੀ ਕੋਈ ਵਿਰਲਾ ਹੋਵੇਗਾ ਜਿਹੜਾ 100 ਸਾਲ ਟੱਪੇਗਾ। ਪਹਿਲਾਂ ਹਜ਼ਾਰਾਂ ਸਾਲ ਦੀ ਉਮਰ ਸੀ ਸਤਯੁਗ, ਤ੍ਰੇਤੇ, ਦੁਆਪਰ ਦੇ ਵਿੱਚ, ਤੇ ਕਲਯੁੱਗ ਵਿੱਚ ਤਾਂ ਬੰਦਾ ਸੈਂਕੜਾ ਵੀ ਪਾਰ ਨਹੀਂ ਕਰਦਾ। ਇਸ ਵਾਸਤੇ ਕਲਯੁੱਗ ਦੇ ਅੰਦਰ ਮਨੁੱਖ ਦਾ ਕੀ ਵਿਸ਼ਵਾਸ ਹੈ? ਕਲ ਜੇ ਨਰ ਜਨਮਾਏ, ਜਿਹੜੇ ਕਲਯੁੱਗ ਵਿੱਚ ਜਨਮਦੇ ਨੇ, ਇਹਨਾਂ ਦੀ ਉਮਰਾਂ ਵੀ ਬੜੀ ਥੋੜੀ ਹੈ। ਚੌਪਈ ਬਰਖਾ ਵਿਖੈ ਬੁੱਧ ਬੁੱਧਾ ਜੈਸੇ। ਸਤਿਗੁਰੂ ਕਹਿੰਦੇ ਜਦੋਂ ਬਰਖਾ ਹੁੰਦੀ ਹੈ,
ਬਰਖਾ ਹੋਣ ਦੇ ਨਾਲ ਬੁਲਬੁਲੇ ਪੈਦਾ ਹੁੰਦੇ ਹਨ। ਉਪਜਤ ਬਿਨਸਤ ਹੈ ਇਹ ਤੈਸੇ। ਬੁਲਬੁਲਾ ਪੈਦਾ ਹੁੰਦਾ ਹੈ, ਬਿਨਸਦਾ ਹੈ, ਫਿਰ ਪੈਦਾ ਹੁੰਦਾ ਹੈ, ਫਿਰ ਬਿਨਸ ਜਾਂਦਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ। ਗੁਰਦੇਵ ਜੀ ਕਹਿੰਦੇ ਜੈਸੇ ਪਾਣੀ ਦੇ ਵਿੱਚੋਂ ਬਾਰ-ਬਾਰ ਬੁਲਬੁਲਾ ਉਪਜਦਾ ਹੈ ਤੇ ਬਿਨਸਦਾ ਹੈ। ਜੋ ਕਲ ਜੁਗ ਕਿਤ ਦੇਸ਼ ਨ ਆਇਓ। ਇਸੇ ਪ੍ਰਕਾਰ ਇਹ ਕਲਯੁਗ ਦੇ ਹਾਲਾਤ ਨੇ। ਇਹਦੇ ਵਿੱਚ ਸਰੀਰ ਬੁਲਬੁਲੇ ਦੇ ਵਾਂਗੂ ਜਨਮਦੇ ਤੇ ਨਸ਼ਟ ਹੋ ਜਾਂਦੇ ਨੇ। ਤੇ ਹੁਣ ਕਲਯੁਗ ਕਿਸੇ ਦੇਸ਼ ਦੇ ਵਿੱਚ ਆਇਆ ਨਹੀਂ ਸੁਣੀਦਾ ਵੀ ਉਹ ਕਿਸੇ ਖਾਸ ਦੇਸ਼ ਦੇ ਵਿੱਚ ਬੈਠਾ ਹੋਇਆ ਹੈ। ਬੈਠਿਓ ਕਿਤੇ ਦੁਰਗ ਨਹਿ ਪਾਇਓ। ਤੇ ਨਾ ਹੀ ਕਲਯੁਗ ਨੇ ਕਿਤੇ ਕਿਲਾ ਪਾਇਆ ਹੋਇਆ ਜਿੱਥੇ ਉਹ ਬੈਠਾ ਹੈ। ਜੈਸੇ ਸ਼ਬਦ ਵਿੱਚ ਵੀ ਮਹਾਰਾਜ ਦਾ ਫਰਮਾਨ ਸੀਗਾ, ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ। ਮਹਾਰਾਜ ਕਹਿੰਦੇ ਉਹ ਕਿਸੇ ਦੇਸ਼ ਦੇ ਵਿੱਚ ਥੋੜਾ ਆਇਆ ਹੋਇਆ, ਕਿਤੇ ਕਿਲਾ ਥੋੜਾ ਬਣਾ ਕੇ ਬੈਠਾ ਹੋਇਆ ਹੈ। ਜੇ ਲਖਣ ਅਬ ਮਨੋਜ ਕਰਾਈ। ਅਸਲ ਵਿੱਚ ਜਿਹੜੇ ਕਰਮ ਅਸੀਂ ਸੰਸਾਰ ਦੇ ਵਿੱਚ ਕਰ ਰਹੇ ਹਾਂ, ਜਾਂ ਤੇ ਕਲਯੁਗ ਪਰਤ ਲਖਾਈ। ਸਾਡੇ ਮਨੁੱਖਾਂ ਦੇ ਜਿਹੜੇ ਲੱਛਣ ਨੇ ਇਹਨਾਂ ਤੋਂ ਕਲਯੁਗ ਦਿਖਾਈ ਦੇ ਰਹੇ ਹੈ। ਸਾਡੇ ਕਰਮਾਂ ਤੋਂ ਕਲਯੁਗ ਜਿਹੜਾ ਉਹ ਦਿਖਾਈ ਦਿੰਦਾ ਹੈ। ਜਤ ਸਤ ਤਪ ਵੈ ਪੂਰਾ ਨਾਹੀ। ਗੁਰਦੇਵ ਕਹਿੰਦੇ ਨਾ ਕਿਸੇ ਦਾ ਜਤ ਪੂਰਾ ਹੁੰਦਾ, ਨਾ ਕਿਸੇ ਦਾ ਸਤ ਪੂਰਾ ਹੁੰਦਾ, ਨਾ ਕਿਸੇ ਦਾ ਤਪ ਪੂਰਾ ਹੁੰਦਾ ਹੈ। ਨਾਮ ਜਪੈ ਤਹਿ ਕਹਿ ਬਦਰਾਹੀ। ਜਿਹੜਾ ਨਾਮ ਜਪਦਾ ਹੈ ਤੇ ਲੋਕ ਉਹਨਾਂ ਨੂੰ ਕਹਿੰਦੇ ਵੀ ਇਹ ਮਾੜੇ ਰਾਹ ਤੁਰਿਆ ਹੋਇਆ। ਐਸੀਆਂ ਬੜੀਆਂ ਘਟਨਾਵਾਂ ਆਮ ਸੰਸਾਰ ਵਿੱਚ ਵੇਖਣ ਨੂੰ ਮਿਲੀਆਂ ਵੀ ਜਿਹੜਾ ਬੰਦਾ ਧਰਮ ਦੇ ਰਾਹ ਉੱਪਰ ਤੁਰਦਾ ਤੇ ਲੋਕ ਕਹਿੰਦੇ ਜੀ ਇਹ ਪਖੰਡ ਕਰਦਾ ਹੈ। ਪਖੰਡੀ ਪੂਜੇ ਜਾ ਰਹੇ ਨੇ ਜਗਤ ਦੇ ਅੰਦਰ। ਪਰ ਵਾਕਿਆ ਹੀ ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਲੋਕਾਂ ਨੇ ਉਹਨਾਂ ਨੂੰ ਆਖਿਆ ਵੀ ਇਹ ਪਖੰਡ ਕਰਦੇ ਨੇ। ਚਲੋ ਉਦਾਹਰਨ ਦੇ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਵੇਈ ਨਦੀ ਵਿੱਚੋਂ ਬਾਹਰ ਆਉਂਦੇ ਨੇ, ਆਪ ਜੀ ਨੇ ਉਹ ਕਥਾ ਸੁਣੀ ਆ ਵੀ ਸ਼ਮਸ਼ਾਨ ਵਿੱਚ ਜਾ ਕੇ ਬਹਿ ਗਏ। ਕੁਝ ਸਮਾਂ ਮਹਾਰਾਜ ਨੇ ਨਦੀ ਦੇ ਕੰਢੇ ਵੀ ਬਤੀਤ ਕੀਤਾ। ਲੋਕਾਂ ਨੇ ਕੀ ਆਖਿਆ ਵੀ ਕੁਰਾਈਆ ਆਖਿਆ ਗੁਰਦੇਵ ਨੂੰ। ਜੇ ਭਗਤ ਕਬੀਰ ਸਾਹਿਬ ਦਾ ਜੀਵਨ ਪੜ੍ਹੀਏ ਤੇ ਲੋਕਾਂ ਨੇ ਉਹਨਾਂ ਦੀ ਨਿੰਦਿਆ ਕੀਤੀ। ਭਗਤ ਰਵਿਦਾਸ ਸਾਹਿਬ ਜੀ ਦੀ, ਭਗਤ ਨਾਮਦੇਵ ਜੀ ਦੀ, ਜਿੰਨੇ ਵੀ ਭਗਤ ਹੋਏ ਨੇ ਜਗਤ ਦੇ ਵਿੱਚ ਲੋਕਾਂ ਨੇ ਉਹਨਾਂ ਦੀ ਨਿੰਦਿਆ ਕੀਤੀ। ਜਿਹੜੇ ਨਾਮ ਜਪਦੇ ਨੇ ਲੋਕ ਇਹ ਕਹਿੰਦੇ ਵੀ ਇਹ ਕੁਰਾਹੇ ਪਏ ਹੋਏ ਨੇ, ਪਖੰਡੀਆਂ ਦੀ ਪੂਜਾ ਹੋ ਰਹੀ ਹੈ, ਨਾਮ ਜਪਣ ਵਾਲਿਆਂ ਦੀ ਨਿੰਦਿਆ ਹੋ ਰਹੀ ਹੈ। ਇਹੀ ਕਲਯੁਗ ਦੇ ਅਸਲ ਵਿੱਚ ਲੱਛਣ ਹਨ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਨਾਮ ਜਪੈ ਤੇ ਕਹਿ ਬਦਰਾਹੀ। ਜਿਹੜੇ ਨਾਮ ਜਪਦੇ ਨੇ ਆਖਦੇ ਨੇ ਵੀ ਇਹ ਬਦਰਾਹ ਪਏ ਹੋਏ, ਮਾੜੇ ਰਾਹ ਪਏ ਹੋਏ ਹਨ। ਦੋਹਰਾ ਸਤਜੁਗ ਪਾਪੀ ਏਕ ਤੇ ਦੇਸ਼ ਮਾਰੀਏ ਸੋਏ। ਕਹਿੰਦੇ ਜਦੋਂ ਸਤਜੁਗ ਹੁੰਦਾ ਸੀ ਨਾ, ਸਤਜੁਗ ਵਿੱਚ ਜੇ ਇੱਕ ਪਾਪੀ ਹੁੰਦਾ ਸੀਗਾ ਤੇ ਉਹਦੇ ਕਰਕੇ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਾਂਦੀ ਸੀਗੀ। ਸਾਰਾ ਦੇਸ਼ ਜਿਹੜਾ ਉਹ ਸਜ਼ਾ ਦਾ ਹੱਕਦਾਰ ਹੁੰਦਾ ਸੀ। ਤ੍ਰੇਤੇ ਨਗਰੀ ਪੀੜੀਏ ਦੁਆਪਰ ਕੁਲ ਅਗ ਹੋਏ। ਐਸਾ ਕਿਹਾ ਜਾਂਦਾ ਵੀ ਤ੍ਰੇਤੇ ਯੁੱਗ ਦੇ ਵਿੱਚ ਜੇ ਇੱਕ ਬੰਦੇ ਨੇ ਪਾਪ ਕੀਤਾ, ਇੱਕ ਪਾਪੀ ਦੇ ਕਰਕੇ ਸਾਰੀ ਨਗਰੀ ਪੀੜੀ ਜਾਂਦੀ ਸੀ। ਤੇ ਜੇ ਦੁਆਪਰ ਦੀ ਗੱਲ ਕਰੀਏ ਤੇ ਦੁਆਪਰ ਵਿੱਚ ਜੇ ਇੱਕ ਬੰਦਾ ਪਾਪ ਕਰਦਾ ਉਹਦੇ ਕਰਕੇ ਉਹਦੀ ਸਾਰੀ ਕੁੱਲ ਨੂੰ ਪਾਪ ਲੱਗਦਾ, ਉਹ ਸਾਰੀ ਕੁੱਲ ਪੀੜੀ ਜਾਂਦੀ ਹੈ। ਚੌਪਈ ਕਲਯੁਗ ਪਾਪ ਕਰੈ ਸੋ ਪਾਵਤ। ਪਰ ਕਲਯੁਗ ਦੀ ਖੇਡ ਕੁਝ ਹੋਰ ਹੈ। ਇਥੇ ਤਾਂ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਥੇ ਜਿਹੜਾ ਬੀਜ ਬੀਜਦਾ ਹੈ ਉਹਨੂੰ ਹੀ ਅਖੀਰ ਉਹ ਬੀਜ ਵੱਢੀ ਹੋਈ, ਲਾਈ ਹੋਈ ਫਸਲ ਵੱਢਣੀ ਪੈਂਦੀ ਹੈ। ਜਿਹੜਾ ਕਰਮ ਕਰਦਾ ਫਲ ਉਸੇ ਨੂੰ ਹੀ ਭੋਗਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਜੀ ਨੇ ਇੱਕ ਬੜਾ ਸੋਹਣਾ ਬਚਨ ਉਚਾਰਨ ਕੀਤਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜਾ। ਅੰਤ ਨੂੰ ਲੇਖਾ ਤਾਂ ਤੂੰ ਹੀ ਦੇੜਾ ਨਾ। ਜੋ ਕਰਮ ਤੂੰ ਕਰ ਰਹੇ ਹੈ ਇਹ ਤੈਨੂੰ ਇਕੱਲੇ ਨੂੰ ਭੋਗਣੇ ਪੈਣੇ ਨੇ। ਮਤਾ ਕਿਤੇ ਇਸ ਖਿਆਲ ਦੇ ਵਿੱਚ ਰਹੇ ਵੀ ਮੈਂ ਕਰ ਰਿਹਾ ਤੇ ਸਾਰੇ ਜਾਣੇ ਇਹਦੇ ਵਿੱਚ ਹਿੱਸੇਦਾਰ ਹੋਵਣਗੇ। ਨਹੀਂ, ਜੇ ਤੂੰ ਕਰ ਰਹੇ ਹੈ ਤੇ ਸਾਰੇ ਹਿੱਸੇਦਾਰ ਨਹੀਂ ਹੋਵਣਗੇ। ਜਿਨ੍ਹਾਂ ਲਈ ਕਰ ਰਹੇ ਆ ਉਹ ਹਿੱਸੇਦਾਰ ਨਹੀਂ ਹੋਵਣਗੇ, ਬਲਕਿ ਪਾਪ ਤੂੰ ਕੀਤਾ ਤੇ ਫਲ ਵੀ ਤੈਨੂੰ ਅੰਤ ਨੂੰ ਭੋਗਣਾ ਪੈਣਾ ਹੈ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦਾ ਸਮਾਂ ਐਸਾ ਹੈ ਜਿਹੜਾ ਮਨੁੱਖ ਕਲਯੁਗ ਵਿੱਚ ਪਾਪ ਕਰਦਾ ਹੈ ਉਹਨੂੰ ਆਪਣੇ ਕੀਤੇ ਪਾਪ ਦਾ ਫਲ ਭੋਗਣਾ ਪੈਂਦਾ ਹੈ। ਪੁਨ ਸਤਿਗੁਰ ਜਹ ਕੋ ਬਖਸ਼ਾਵਤ, ਫਿਰ ਸਤਿਗੁਰੂ ਦਇਆ ਕਰਕੇ ਜਿਨ੍ਹਾਂ ਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ ਤੇ ਜਿਨ੍ਹਾਂ ਨੂੰ ਕੀਤੇ ਹੋਏ ਔਗੁਣਾਂ ਤੋਂ ਬਖਸ਼ਾ ਦਿੰਦੇ ਹਨ। ਨਾਮ ਦਾਨ ਦੇ ਕਰੈ ਉਧਾਰਾ, ਇਹਨਾਂ ਨੂੰ ਨਾਮ ਦੀ ਦਾਤ ਦੇ ਕਰਕੇ ਉਹਨਾਂ ਦਾ ਉਧਾਰ ਪਾਤਸ਼ਾਹ ਕਰ ਦਿੰਦੇ ਹਨ। ਇਸ ਬਿਨ ਅਪਰ ਨ ਕੋ ਉਪਚਾਰਾ, ਕਲਯੁਗ ਦੇ ਸਮੇਂ ਵਿੱਚ ਨਾਮ ਤੋਂ ਬਿਨਾਂ ਇਸ ਜੀਵ ਦੇ ਲਈ ਹੋਰ ਕੋਈ ਉਪਚਾਰ ਨਹੀਂ ਹੈ। ਇੱਕੋ ਹੀ ਇੱਕ ਸਾਧਨ ਹੈ, ਇੱਕੋ ਹੀ ਇੱਕ ਰਸਤਾ ਤਰੀਕਾ ਹੈ। ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਨਾਮ ਦੀ ਦਾਤ ਲੈ ਕੇ ਹੀ ਸਿੱਖ ਦਾ ਉਧਾਰ ਹੋ ਸਕਦਾ ਹੈ। ਵੇਦ ਅਥਰਬਣ ਮਥ ਕਰ ਸਭ ਹੀ, ਕਹਿੰਦੇ ਜਿਹੜਾ ਅਥਰਬਣ ਵੇਦ ਹੈ ਇਸ ਵੇਦ ਨੂੰ ਚੰਗੀ ਤਰ੍ਹਾਂ ਮੱਥ ਕੇ ਇਹਦੀ ਵਿਚਾਰ ਕਰਕੇ ਇਹਦਾ ਤੱਤ ਕੱਢ ਕੇ ਹਰ ਕੀਰਤ ਗਤ ਦੇਵਤ ਅਬਹੀ, ਕਹਿੰਦੇ ਹਰੀ ਅਕਾਲ ਪੁਰਖ ਦੀ ਜਿਹੜੀ ਕੀਰਤੀ ਮਹਿਮਾ ਹੈ ਨਾ ਉਸ ਮਹਿਮਾ ਨੂੰ ਅਸੀਂ ਜਾਣਿਆ ਕਿ ਇਹ ਮਹਿਮਾ ਹੀ ਪਰਮੇਸ਼ਰ ਦੀ ਮਨੁੱਖ ਨੂੰ ਗਤ ਮੁਕਤੀ ਦੀ ਦਾਤ ਬਖਸ਼ਿਸ਼ ਕਰ ਸਕਦੀ ਹੈ। ਕੋਈ ਕਰਮ ਕਾਂਡ ਮਨੁੱਖ ਦਾ ਉਧਾਰ ਨਹੀਂ ਕਰ ਸਕਦਾ। ਕਲਯੁਗ ਦੇ ਵਿੱਚ ਕੇਵਲ ਹਰੀ ਦੀ ਕੀਰਤੀ ਹੀ ਸਾਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਰ ਕੀਰਤ ਕਲਯੁਗ ਪਤਿ ਉਤਮ, ਹਰੀ ਦੀ ਕੀਰਤੀ ਕਰਨੀ ਇਹੀ ਕਲਯੁਗ ਵਿੱਚ ਉੱਤਮ ਪਦਵੀ ਬਖਸ਼ਿਸ਼ ਕਰਦੀ ਹੈ। ਪਰ ਮਿਲਦੀ ਕਿੱਥੋਂ ਹੈ? ਹਰ ਪਾਈਐ ਸਤਿਗੁਰ ਮਾਝਾ, ਸਤਿਗੁਰਾਂ ਦੇ ਚਰਨਾਂ ਵਿੱਚ ਇਹ ਦਾਤ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ। ਹਰ ਕੀਰਤ ਜਿਹੜੀ ਹਰੀ ਦੀ ਵਡਿਆਈ ਕਰਨੀ ਹੈ ਇਹੀ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਜਿਸ ਕਰਕੇ ਸਿੱਖ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਨਾਵਣ ਧੋਵਣ ਬਿਰਥਾ ਸਾਰੇ, ਨਹਾਵਣਾ ਤੇ ਧੋਣਾ ਇਹ ਸਭ ਮਨੁੱਖ ਦੇ ਲਈ ਵਿਅਰਥ ਹੈ। ਰਾਗ ਦ્વੈਖ ਮਲ ਨਹੀਂ ਉਤਾਰੇ, ਜੇ ਇਹ ਸੋਚੇ ਵੀ ਮੈਂ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੋ ਜਾਵਾਂਗਾ, ਸਤਿਗੁਰੂ ਕਹਿੰਦੇ ਬਾਹਰ ਦੀ ਮੈਲ ਤਾਂ ਲਾ ਲਏਗਾ ਪਰ ਜਿਹੜੀ ਅੰਦਰ ਮੈਲ ਲੱਗੀ ਉਹਨੂੰ ਕਿਵੇਂ ਲਾਏਗਾ? ਅੰਦਰ ਦੀ ਮੈਲ ਤਾਂ ਨਹੀਂ ਨਾ ਉਤਰਨੀ। ਰਾਗ ਤੇ ਦ્વੈਖ ਦੀ ਜਿਹੜੀ ਮੈਲ ਹੈ ਉਹ ਤੀਰਥ ਤੇ ਇਸ਼ਨਾਨ ਕਰਨ ਨਾਲ ਨਹੀਂ ਉਤਰਨੀ, ਬਹੁਤਾ ਤਨ ਪਵਿੱਤਰ ਰੱਖਣ ਦੇ ਨਾਲ ਵੀ ਨਹੀਂ ਉਤਰਨੀ। ਠੀਕ ਹੈ, ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਆਗਿਆ ਇਹੀ ਦਿੱਤੀ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ। ਉੱਠ ਕੇ ਇਸ਼ਨਾਨ ਕਰਨਾ, ਪਹਿਲਾਂ ਸਰੀਰ ਸ਼ੁੱਧ ਕਰਨਾ, ਪਵਿੱਤਰਤਾ ਹੀ ਰੱਖਣ ਦੀ ਆਗਿਆ ਗੁਰਦੇਵ ਨੇ ਦਿੱਤੀ ਹੈ। ਪਰ ਨਾਲ ਮਨ ਦੀ ਪਵਿੱਤਰਤਾ ਰੱਖਣੀ ਉਹ ਵੀ ਆਗਿਆ ਸਤਿਗੁਰਾਂ ਨੇ ਦਿੱਤੀ, ਸਿਮਰ ਪ੍ਰਭ ਆਪਣਾ। ਚੌਂਕੜਾ ਮਾਰ ਕੇ ਵਾਹਿਗੁਰੂ 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 ਜਪਿਆ ਕਰ, ਇਹਦੇ ਨਾਲ ਤੇਰੇ ਅੰਦਰ ਦੀ ਮੈਲ ਉਤਰੇਗੀ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅੰਦਰ ਦੀ ਮੈਲ ਇਸ ਤਰ੍ਹਾਂ ਤੇਰੀ ਉਤਰ ਜਾਏਗੀ, ਸਰੀਰ ਵੀ ਪਵਿੱਤਰ, ਤੇਰਾ ਮਨ ਵੀ ਪਵਿੱਤਰ, ਮਨ ਵੀ ਸ਼ੁੱਧ ਹੋ ਜਾਏਗਾ। ਜੇ ਹੁਣ ਇਹ ਸੋਚੇ ਵੀ ਕੇਵਲ ਤੀਰਥ ਉੱਤੇ ਨਹਾਵਣ ਦੇ ਨਾਲ ਤੇਰੀ ਮੈਲ ਉਤਰੇਗੀ, ਪਾਤਸ਼ਾਹ ਕਹਿੰਦੇ ਬਾਹਰ ਦੀ ਮੈਲ ਤਾਂ ਉਤਰ ਜਾਏਗੀ ਪਰ ਰਾਗ ਤੇ ਦ્વੈਖ ਦੀ ਅੰਦਰੋਂ ਇਹ ਤੇਰੀ ਮੈਲ ਨਹੀਂ ਉਤਰਨੀ। ਰਾਗ ਕਿਸੇ ਨਾਲ ਮੋਹ, ਪਦਾਰਥਾਂ ਨਾਲ ਮੋਹ, ਦ્વੈਖ ਕਿਸੇ ਨਾਲ ਈਰਖਾ। ਇਹ ਚੀਜ਼ ਬੜੀ ਪ੍ਰਚਲਿਤ ਹੈ ਅੱਜ ਦੇ ਸਮੇਂ ਦੇ ਅੰਦਰ। ਕਿਸੇ ਨਾਲ ਸਾਡਾ ਰਾਗ, ਪਦਾਰਥਾਂ ਨਾਲ ਵੇਖੋ ਕਿੰਨਾ ਪ੍ਰੇਮ ਹੈ ਸਾਡਾ। ਆਪਾਂ ਸੰਗਤ ਵਿੱਚ ਬੈਠੀਏ, ਬਾਣੀ ਪੜ੍ਹਦੇ ਹੋਈਏ, ਸਹਿਜ ਪਾਠ ਕਰਦੇ ਹੋਈਏ ਤੇ ਸੁਰਤ ਸਾਡੀ ਪਦਾਰਥਾਂ ਵੱਲ ਹੁੰਦੀ ਹੈ। ਪਰਿਵਾਰ ਦੇ ਨਾਲ ਮੋਹ ਹੁੰਦਾ, ਸੁਰਤ ਉੱਥੇ ਹੁੰਦੀ ਹੈ। ਉਹ ਅੰਦਰ ਦਾ ਮੋਹ ਸਾਨੂੰ ਉਸੇ ਪਾਸੇ ਹੀ ਲੈ ਕੇ ਜਾਂਦਾ ਹੈ। ਇਹੀ ਰਾਗ ਹੈ। ਫਿਰ ਈਰਖਾ, ਜਿਹੜਾ ਚੰਗਾ ਲੱਗ ਰਿਹਾ ਉਹਦੇ ਨਾਲ ਸਾਡਾ ਮੋਹ ਹੈ, ਉਹਦੇ ਨਾਲ ਸਾਡਾ ਪ੍ਰੇਮ ਹੈ। ਜਿਹੜਾ ਨਹੀਂ ਚੰਗਾ ਲੱਗਦਾ ਉਹਦੇ ਨਾਲ ਸਾਡੀ ਈਰਸ਼ਾ ਹੈ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਤੋ ਇੱਕ ਨਾਲ ਪ੍ਰੇਮ, ਇੱਕ ਦੇ ਨਾਲ ਈਰਸ਼ਾ, ਇਹ ਵੀ ਇਹੋ ਜਿਹੀ ਮੈਲ ਹੈ ਜਿਹੜੀ ਮਨੁੱਖ ਦੇ ਅੰਦਰ ਦੇ ਗੁਣਾਂ ਨੂੰ ਸਾੜ ਕੇ ਖਤਮ ਕਰ ਦਿੰਦੀ ਹੈ। ਖੈਰ ਗੁਰਦੇਵ ਪਿਤਾ ਜੀ ਕਹਿੰਦੇ ਹਨ, ਭਾਈ ਬਾਹਰੋਂ ਨਹਾਵਣ ਧੋਵਣ ਦੇ ਨਾਲ ਤੁਹਾਡੀ ਰਾਗ ਤੇ ਦ્વੈਖ ਦੀ ਮੈਲ ਨਹੀਂ ਉਤਰ ਸਕਦੀ। ਸੱਚ ਨਾ ਕਮਾਵੋ ਹੋਏ ਨਾ ਸੋਚੂ, ਪਾਤਸ਼ਾਹ ਕਹਿੰਦੇ ਜੇ ਸੱਚ ਦੀ ਕਮਾਈ ਨਹੀਂ ਨਾ ਕਰਦੇ ਫਿਰ ਪਵਿੱਤਰਤਾ ਤੁਹਾਡੀ ਨਹੀਂ ਹੋਣੀ। ਸੱਚ ਕਮਾਣ ਦੇ ਨਾਲ ਹੀ ਅੰਦਰੋਂ ਪਵਿੱਤਰ ਹੋਈਦਾ ਹੈ। ਸੱਚ ਨਾਮ ਕਰ ਬੰਧਨ ਮੋਚੂ, ਪਰਮੇਸ਼ਰ ਦੇ ਸੱਚੇ ਨਾਮ ਕਰਕੇ ਸਾਰੇ ਬੰਧਨ ਨਾਸ਼ ਹੁੰਦੇ ਨੇ।
ਇੱਕ ਬੇਨਤੀ ਆ, ਆਮ ਕਰਕੇ ਅਕਸਰ ਅਸੀਂ ਕਹਿ ਦਿੰਦੇ ਆ ਜੀ ਵੀ ਆਪਾਂ ਸੱਚ ਬੋਲਦੇ ਆ ਜੀ, ਮੈਂ ਝੂਠ ਨਹੀਂ ਬੋਲਦਾ। ਇਹ ਕੋਈ ਸਚਿਆਰ ਹੋਣ ਦੀ ਨਿਸ਼ਾਨੀ ਨਹੀਂ ਵੀ ਮੈਂ ਝੂਠ ਨਹੀਂ ਬੋਲਦਾ। ਠੀਕ ਹੈ ਵੀ ਮੈਂ ਝੂਠ ਤਾਂ ਨਹੀਂ ਬੋਲਦਾ, ਪਰ ਮੈਂ ਸੱਚ ਵੀ ਤਾਂ ਨਹੀਂ ਨਾ ਗ੍ਰਹਿਣ ਕੀਤਾ। ਠੀਕ ਹੈ, ਮੈਂ ਜ਼ਬਾਨ ਦੇ ਨਾਲ ਝੂਠ ਨਹੀਂ ਬੋਲ ਰਿਹਾ, ਪਰ ਮੈਂ ਅਜੇ ਸੱਚ ਨੂੰ ਗ੍ਰਹਿਣ ਨਹੀਂ ਕੀਤਾ। ਸਚਿਆਰ ਉਹੀ ਮਨੁੱਖ ਹੈ ਜਿਹੜਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕਰ ਲਵੇ, ਉਹ ਸਚਿਆਰ ਹੈ। ਉਹਦੇ ਮੂੰਹ ਵਿੱਚੋਂ ਝੂਠ ਤਾਂ ਨਿਕਲਦਾ ਹੀ ਨਹੀਂ, ਕਿਉਂਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਵੀ ਸੱਚ ਹੈ, ਹਿਰਦੇ ਸੱਚ ਹੈ, ਜੋ ਵੇਖ ਰਹੇ ਆ ਸਭ ਕੁਝ ਸੱਚ ਸਰੂਪ ਹੀ ਨਜ਼ਰ ਆ ਰਹੇ ਹੈ। ਇਹ ਗੁਰਮੁਖ ਸਚਿਆਰ ਹੁੰਦੇ ਨੇ। ਕੇਵਲ ਮੈਂ ਝੂਠ ਨਹੀਂ ਬੋਲਦਾ ਜੀ, ਮੈਂ ਸੱਚ ਬੋਲਣਾ, ਇਹਦੇ ਨਾਲ ਬੰਦਾ ਸਚਿਆਰ ਨਹੀਂ ਬਣਦਾ। ਖਿਮਾ ਕਰਿਓ, ਸਚਿਆਰ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਬਣੀਦਾ ਹੈ। ਜਦੋਂ ਹਿਰਦੇ ਵਿੱਚ ਸੱਚ ਵਸ ਜਾਏ, ਨਾਮ ਵਸ ਜਾਏ, ਫਿਰ ਖੇਡ ਬਣਦੀ ਹੈ। ਔਰ ਝੂਠ ਨਾ ਬੋਲਣਾ, ਝੂਠ ਦਾ ਤਿਆਗ ਕਰਨਾ, ਇਹ ਧਰਮ ਦਾ ਇੱਕ ਅੰਗ ਹੈ। ਝੂਠ ਦਾ ਤਿਆਗ ਕਰਨਾ ਜੀ, ਸੱਚ ਨੂੰ ਗ੍ਰਹਿਣ ਕਰਨਾ, ਵੀ ਸੱਚ ਬੋਲਣਾ ਧਰਮ ਦਾ ਅੰਗ ਹੈ। ਦੂਸਰੇ ਦੇ ਭਲੇ ਵਾਸਤੇ ਹਮੇਸ਼ਾ ਸੱਚ ਬੋਲਣਾ। ਖੈਰ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ, ਨਾਮ ਦੀ ਕਮਾਈ ਤੋਂ ਬਿਨਾਂ ਮਨੁੱਖ ਦੇ ਕਦੇ ਬੰਧਨ ਨਾਸ਼ ਨਹੀਂ ਹੁੰਦੇ। ਮਨ ਮਲੀਨ ਤਨ ਕਰ ਹੈ ਪਖੰਡਾ, ਮਨ ਤਾਂ ਮਲੀਨ ਹੈ ਤੇ ਤਨ ਨੂੰ ਪਵਿੱਤਰ ਕਰ ਕਰਕੇ ਪਖੰਡ ਕਰਦੇ ਹੋ। ਸੇ ਨਰ ਸਹਿ ਅਧਿਕ ਜਮ ਦੰਡਾ, ਇਹੋ ਜੇ ਮਨੁੱਖ ਅੰਤ ਨੂੰ ਫਿਰ ਜੰਮਾਂ ਦਾ ਡੰਡ ਸਹਿੰਦੇ ਨੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਲਿਖਦੇ, ਜਿਹੜੇ ਭੇਖ ਦਿਖਾਉਂਦੇ ਨੇ ਜਗਤ ਨੂੰ, ਭੇਖ ਦਿਖਾ ਕੇ ਲੋਕਾਂ ਨੂੰ ਵਸ ਵਿੱਚ ਕਰ ਲੈਂਦੇ ਨੇ, ਅੰਤ ਕਾਲ ਫਿਰ ਕਾਲ ਉਹਨਾਂ ਨੂੰ ਕੈਂਚੀ ਨਾਲ ਕੱਟਦਾ ਹੈ। ਟੋਟੇ ਟੋਟੇ ਕਰਕੇ ਫਿਰ ਜਾ ਕੇ ਨਰਕਾਂ ਵਿੱਚ ਵਾਸਾ ਲੈਂਦੇ ਨੇ, ਉਥੇ ਸਜ਼ਾਵਾਂ ਸਹਿਣਾ ਕਰਦੇ ਹਨ। ਰੁਚਿਰ ਰੰਗ ਜੋ ਹੋਏ ਮਯੂਰਾ, ਗੁਰਦੇਵ ਕਹਿੰਦੇ ਵੇਖੋ ਵੇਖਣ ਨੂੰ ਤਾਂ ਮੋਰ ਕਿੰਨਾ ਸੋਹਣਾ ਲੱਗਦਾ ਹੈ। ਬੋਲਤ ਬਾਣੀ ਅਤਸ਼ੈ ਰੂਰਾ, ਜਦੋਂ ਮੋਰ ਬੋਲਦਾ ਤੇ ਬੋਲਦਾ ਵੀ ਬੜਾ ਸੋਹਣਾ ਹੈ, ਰੰਗ ਵੀ ਬੜਾ ਸੋਹਣਾ, ਸਰੂਪ ਵੀ ਬੜਾ ਸੋਹਣਾ ਉਹਦਾ, ਪਰ ਜਦੋਂ ਬੋਲਦਾ ਤੇ ਬੋਲਦਾ ਵੀ ਬੜਾ ਮਿੱਠਾ ਹੈ। ਬੀਨ ਬੀਨ ਕਿਰ ਮਨ ਕੋ ਖਾਹੀ, ਪਰ ਜਦੋਂ ਖਾਣ ਲੱਗਦਾ ਹੈ ਫਿਰ ਚੁਣ ਚੁਣ ਕੇ ਕੀੜਿਆਂ ਨੂੰ, ਕਿਰਮਾਂ ਨੂੰ ਖਾਂਦਾ ਹੈ। ਤਿਉ ਦੰਬੀ ਪੇ ਅਬ ਜਗ ਮਾਹੀ, ਜਿਹੜੇ ਦੰਬੀ ਪਖੰਡੀ ਲੋਕ ਨੇ ਨਾ, ਉਹ ਜਗਤ ਵਿੱਚ ਇਸੇ ਤਰ੍ਹਾਂ ਦੇ ਹੀ ਹੁੰਦੇ ਨੇ। ਮੋਰ ਵਰਗਾ ਹਾਲ ਹੁੰਦਾ ਉਹਨਾਂ ਦਾ। ਬਾਹਰੋਂ ਤਾਂ ਉਹਨਾਂ ਨੇ ਬੜਾ ਸੋਹਣਾ ਭੇਖ ਬਣਾਇਆ ਹੁੰਦਾ ਹੈ, ਪਰ ਜਦੋਂ ਗੱਲ ਫਿਰ ਕੁਝ ਖਾਣ ਦੀ ਆਵੇ ਨਾ, ਯਾਨੀ ਕਿ ਕੁਝ ਗ੍ਰਹਿਣ ਕਰਨ ਦੀ ਆਵੇ, ਫਿਰ ਉਹ ਅਸਤ ਨੂੰ ਗ੍ਰਹਿਣ ਕਰਦੇ ਨੇ, ਸੱਚ ਵਾਲੇ ਪਾਸੇ ਤਾਂ ਜਾਂਦੇ ਨਹੀਂ। ਗੱਲਾਂ ਵੀ ਬੜੀਆਂ ਮਿੱਠੀਆਂ ਕਰਨਗੇ, ਭੇਖ ਵੀ ਬੜਾ ਸੋਹਣਾ ਹੋਵੇਗਾ, ਪਰ ਜਦੋਂ ਗੱਲ ਕੁਝ ਖਾਣ ਦੀ ਆਵੇ ਫਿਰ ਵਿਕਾਰ ਰੂਪੀ ਗੰਦਗੀ ਖਾਂਦੇ ਨੇ, ਵਿਕਾਰ ਰੂਪੀ ਕਰਮ ਖਾਂਦੇ ਹਨ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੋਰ ਵੇਖਣ ਨੂੰ ਸੋਹਣਾ, ਪਰ ਖਾਣ ਕਰਕੇ ਉਹ ਭੈੜਾ ਹੈ। ਇਸੇ ਤਰ੍ਹਾਂ ਦੰਭੀ ਲੋਕ ਵੇਖਣ ਮਾਤਰ ਚੰਗੇ ਲੱਗਦੇ ਹਨ, ਪਰ ਜਦੋਂ ਉਹਨਾਂ ਦੇ ਕਰਮਾਂ ਦੀ ਗੱਲ ਕਰੀਏ ਤੇ ਫਿਰ ਉਦੋਂ ਉਹ ਚੰਗੇ ਨਹੀਂ ਲੱਗਦੇ। ਭੱਟ ਸਾਹਿਬਾਨ ਕਹਿੰਦੇ ਨਾ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸਿਆ ਹੈ ਮੁਖੋ ਇਹ ਪੰਡਤ ਮਿੱਠੇ, ਏਕ ਬਰਸ ਹੋ ਫਿਰਿਓ ਕਿਨੋ ਕਿਨੈ ਨਹੁ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ 1 ਸਾਲ ਫਿਰਦਾ ਰਿਹਾ, ਸੰਨਿਆਸੀਆਂ ਕੋਲ ਵੀ ਗਿਆ, ਪੰਡਤਾਂ ਕੋਲ ਵੀ ਗਿਆ, ਤਪੱਸਵੀਆਂ ਦੇ ਕੋਲ ਵੀ ਗਿਆ। 1 ਸਾਲ ਫਿਰਦਾ ਰਿਹਾ, ਪਰ ਕਿਸੇ ਨੇ ਨਾਮ ਦੇ ਨਾਲ ਪਰਚਾ ਨਹੀਂ ਲਾਇਆ, ਮੇਰਾ ਨਾਮ ਦੇ ਨਾਲ ਪ੍ਰੇਮ ਨਹੀਂ ਪਾਇਆ। ਕਹਿੰਦੇ ਹੁਣ ਉਹਨਾਂ ਦੇ ਗੁਣ ਕੀ ਦੱਸਾਂ, ਥੋੜਾ ਜਿਹਾ ਵਿਅੰਗ ਕੱਸ ਦਿੱਤਾ ਨਾ, ਤਿੰਨ ਕੇ ਗੁਣ ਹੋ ਕਿਆ ਕਹੋ। ਉਹਨਾਂ ਨੂੰ ਵੇਖ ਕੇ ਆਇਆ, ਮੈਂ ਉਹਨਾਂ ਦੇ ਗੁਣ ਕੀ ਦੱਸਾਂ। ਕਹਿੰਦੇ ਗੱਲ ਜਦੋਂ ਕਰਦੇ ਨੇ ਬੜੀ ਮਿੱਠੀ ਗੱਲ ਕਰਦੇ ਨੇ, ਮੁਖੋ ਇਹ ਪੰਡਤ ਮਿੱਠੇ, ਬੜਾ ਮਿੱਠਾ ਮਿੱਠਾ ਬੋਲਦੇ ਨੇ, ਪਰ ਜਦੋਂ ਗੱਲ ਰਹਿਤ ਤੇ ਆਈ ਆ ਨਾ, ਕਹਿੰਦੇ ਰਹਿਤ ਕੋ ਖੁਸ਼ੀ ਨਾ ਆਇਓ। ਮੈਨੂੰ ਉਹਨਾਂ ਦੀ ਰਹਿਤ ਵੇਖ ਕੇ ਖੁਸ਼ੀ ਨਹੀਂ ਮਿਲੀ, ਚੰਗਾ ਨਹੀਂ ਲੱਗਿਆ। ਗੱਲਾਂ ਬੜੀਆਂ ਚੰਗੀਆਂ ਕਰਦੇ ਨੇ, ਭੇਖ ਵੀ ਬੜੇ ਚੰਗੇ ਨੇ, ਪਰ ਉਹਨਾਂ ਦਾ ਰਹਿਣਾ ਠੀਕ ਨਹੀਂ, ਉਹਨਾਂ ਦੀ ਮਰਿਆਦਾ ਸਹੀ ਨਹੀਂ, ਉਹਨਾਂ ਦਾ ਜੀਵਨ ਕਰੈਕਟਰ ਠੀਕ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਮੋਰ ਵੇਖਣ ਮਾਤਰ ਸੋਹਣਾ ਲੱਗਦਾ ਹੈ, ਪਰ ਜੋ ਖਾਂਦਾ ਹੈ ਉਹ ਠੀਕ ਨਹੀਂ ਹੈ।
ਪਖੰਡੀ ਲੋਕ ਜੋ ਕੁਝ ਧਾਰਨ ਕਰਕੇ ਬੈਠੇ ਉਹ ਤਾਂ ਠੀਕ ਹੈ, ਪਰ ਜੇਕਰ ਉਹ ਵਿਕਾਰੀ ਹਨ ਅੰਦਰੋਂ, ਤੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਨ ਆਚਰਣ ਅਤ ਦਾ ਨੀਚ ਹੈ। ਕਾਮ ਕ੍ਰੋਧ ਪੁਨ ਲੋਭ ਅਧੀਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਸਦਾ ਇਹਨਾਂ ਦੇ ਅਧੀਨ ਰਹਿੰਦੇ ਹਨ। ਅਹੰਕਾਰ ਅਤਿਸ਼ੈ ਮਨ ਭੀਨਾ। ਔਰ ਉਹਨਾਂ ਦਾ ਮਨ ਜਿਹੜਾ ਅੰਦਰੋਂ ਹੰਕਾਰ ਦੇ ਨਾਲ ਭਿੱਜਿਆ ਹੋਇਆ ਹੈ। ਉਹ ਕਹਿੰਦੇ ਵੀ ਸਾਡੇ ਜਿਹਾ ਤੇ ਕੋਈ ਹੈ ਹੀ ਨਹੀਂ ਦੂਸਰਾ। ਪਾਏ ਨਰਕ ਮੈਂ ਕਸ਼ਟ ਬਿਸਾਲਾ। ਇਹੋ ਜਿਹੇ ਲੋਕ ਫਿਰ ਨਰਕਾਂ ਦੇ ਵਿੱਚ ਜਾ ਕਰਕੇ ਭਾਰੀ ਕਸ਼ਟਾਂ ਦੀ ਪ੍ਰਾਪਤੀ ਕਰਦੇ ਹਨ। ਤਬ ਪਛਤਾਹੇ ਫਸੇ ਜਮ ਜਾਲਾ। ਜਦੋਂ ਜਮ ਦੇ ਜਾਲ ਵਿੱਚ ਜਾ ਫਸਦੇ ਨੇ ਫਿਰ ਜਾ ਕਰਕੇ ਪਛਤਾਉਂਦੇ ਹਨ। ਦੋਹਰਾ ਮਿਲ ਹੈ ਵਡਾਈ ਨਾਮ ਤੇ ਇਸ ਉਪਰ ਨਹਿ ਔਰ। ਪਰਮੇਸ਼ਰ ਦੇ ਨਾਮ ਦੇ ਨਾਲ ਹੀ ਸਾਰੀਆਂ ਵਡਿਆਈਆਂ ਮਿਲਦੀਆਂ ਹਨ। ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰਿ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਸਾਰੀਆਂ ਵਡਿਆਈਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ ਗੁਰਮੁਖੋ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਮ ਤੋਂ ਉੱਪਰ ਦੁਨੀਆ ਦੇ ਵਿੱਚ ਕੁਛ ਨਹੀਂ ਹੈ। ਮਿਲ ਹੈ ਉਲਾਮੇ ਤਾਹੇ ਕੋ ਗੁਰ ਤਜ ਜਾਚਹਿ ਹੋਰ। ਜਿਹੜਾ ਮਨੁੱਖ ਆਪਣੇ ਗੁਰੂ ਨੂੰ ਛੱਡ ਕੇ, ਇਹਦੇ ਦੋ ਪੱਖ ਨੇ ਜੀ। ਜਿਹੜਾ ਗੁਰੂ ਨੂੰ ਛੱਡ ਕੇ ਕਿਸੇ ਦੂਜੇ ਕੋਲੋਂ ਜਾ ਕੇ ਮੰਗੇ ਤੇ ਉਹਨੂੰ ਉਲਾਮਾ ਮਿਲੇਗਾ। ਜਦੋਂ ਬੰਦੇ ਦੇ ਆਪਣੇ ਘਰ ਦੇ ਵਿੱਚ ਸਾਰਾ ਕੁਝ ਹੋਵੇ ਨਾ, ਤੇ ਜਦੋਂ ਆਪਾਂ ਦੂਜੇ ਕੋਲ ਜਾ ਕੇ ਹੱਥ ਅੱਡੀਏ ਤੇ ਦੂਜਾ ਕਹਿੰਦਾ ਤੇਰੇ ਘਰ ਵਿੱਚ ਕੁਝ ਹੈ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਦਾ ਸਿੱਖ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਥਾਂ ਥਾਂ ਤੇ ਧੱਕੇ ਖਾਂਦਾ ਜੇ, ਜਾ ਕੇ ਮਸੀਤਾਂ ਤੇ ਮੜੀਆਂ ਤੇ ਗੂਗਿਆਂ ਕੋਲ ਜਾ ਜਾ ਕੇ ਸਿਰ ਨਵਾਉਂਦਾ ਹੈ, ਤੇ ਫਿਰ ਲਾਂਭੇ ਹੀ ਮਿਲਣੇ ਨਾ ਅੱਗੋਂ ਵੀ ਤੂੰ ਵੇਖ ਕਿਸ ਘਰ ਦਾ ਪੁਜਾਰੀ ਹੈ, ਕਿਰਪਾਨ ਪਾਈ ਹੋਈ ਹੈ। ਇਹ ਤਾਂ ਵੇਖ ਕਿਸ ਘਰ ਨੂੰ ਪੂਜਣ ਵਾਲਾ ਹੈ, ਕਿਹਦਾ ਤੂੰ ਸਿੱਖ ਹੈ, ਚੰਗਾ ਲੱਗਦਾ ਇੱਥੇ ਥਾਂ ਥਾਂ ਤੇ ਠੋਕਰਾਂ ਖਾਂਦਿਆਂ ਹੋਇਆ। ਫਿਰ ਉਲਾਮੇ ਹੀ ਮਿਲਣੇ ਨੇ ਨਾ ਅੱਗੋਂ। ਦੂਜਾ ਵੇਖਣ ਵਾਲਾ ਵੀ ਕਹਿ ਦਿੰਦਾ ਭਾਈ ਸ੍ਰੀ ਸਾਹਿਬ ਉੱਤੇ ਪਾਈ ਹੈ, ਥੋੜੀ ਸ਼ਰਮ ਚਾਹੀਦੀ ਤੈਨੂੰ, ਕਿੱਥੇ ਭਟਕਦਾ ਫਿਰਦਾ। ਇੱਕ ਤਾਂ ਉਲਾਂਭੇ ਮਿਲਦੇ ਜੀ ਜਦੋਂ ਘਰ ਦੇ ਵਿੱਚ ਸਾਰਾ ਕੁਝ ਹੋਵੇ ਨਾ, ਤੇ ਭਰਿਆ ਘਰ ਛੱਡ ਕੇ ਜਦੋਂ ਬੰਦਾ ਖਾਲੀਆਂ ਦੇ ਘਰ ਵਿੱਚੋਂ ਕੁਝ ਮੰਗਣ ਵਾਸਤੇ ਜਾਵੇ ਤੇ ਉਲਾਂਭਾ ਜ਼ਰੂਰ ਮਿਲਦਾ ਵੀ ਤੇਰੇ ਘਰ ਹੈ ਨਹੀਂ। ਤੇ ਦੂਜਾ ਪੱਖ ਇਹ ਹੈ ਵੀ ਗੁਰੂ ਦੇ ਦਰ ਤੇ ਆ ਕੇ ਜਦੋਂ ਨਾਮ ਤੋਂ ਬਿਨਾਂ ਕੁਝ ਮੰਗਦੇ ਆ ਤੇ ਫਿਰ ਉਲਾਂਭੇ ਹੀ ਮਿਲਦੇ ਨੇ। ਇਹ ਦੋਨੇ ਪੱਖ ਲੈ ਕੇ ਚੱਲਣੇ ਨੇ ਜੀ। ਨਾਮ ਤੋਂ ਬਿਨਾਂ ਜਦੋਂ ਕੁਝ ਮੰਗਦੇ ਆ ਤੇ ਫਿਰ ਉਲਾਂਭੇ ਹੀ ਮਿਲਣੇ ਨੇ। ਇੱਥੇ ਵੀ ਤੇ ਦਰਗਾਹ ਦੇ ਵਿੱਚ ਜਾ ਕਰਕੇ ਵੀ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ। ਕਵੀ ਸੰਤੋਖ ਸਿੰਘ ਹੋਰਾਂ ਨੇ ਨਾ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿੰਦੇ ਰਾਜਾ ਆਵੇ, ਰਾਜਾ ਕਹਿੰਦਾ ਵੀ ਮੰਗ ਕੀ ਮੰਗਦਾ? ਆਖਦਾ ਜੀ ਮੰਗਣਾ ਕੀ ਹੈ ਵੀ ਕਿਰਪਾ ਕਰੋ ਜੀ ਮੈਨੂੰ ਆ ਕੱਦੂ ਆਦਿ ਕਿਹੋ ਜੀ ਸਬਜ਼ੀ ਦੇ ਦਿਓ। ਤੇ ਕਹਿੰਦੇ ਫਿਰ ਮਾੜੀ ਗੱਲ ਹੈ ਨਾ ਵੀ ਇੱਕ ਰਾਜਾ ਆਵੇ ਤੇ ਰਾਜੇ ਕੋਲੋਂ ਇੱਕ ਡੰਗ ਦੀ ਸਬਜ਼ੀ ਮੰਗਦਾ ਫਿਰਦਾ, ਜੀ ਸਬਜ਼ੀ ਦੇ ਦਿਓ ਵੀ ਮੈਂ ਖਾ ਲਵਾਂ, ਵੀ ਇੱਕ ਡੰਗ ਦੀ ਸਬਜ਼ੀ ਮੈਨੂੰ ਦੇ ਦਿਓ। ਕਹਿੰਦੇ ਹੁਣ ਰਾਜਾ ਹੋਵੇ ਤੇ ਰਾਜੇ ਕੋਲੋਂ ਇਹ ਸਬਜ਼ੀ ਥੋੜਾ ਮੰਗੀ ਦੀ ਇੱਕ ਸਮੇਂ ਦੀ ਵੀ ਮੈਨੂੰ ਘੀਆ ਕੱਦੂ ਦੀ ਸਬਜ਼ੀ ਦੇ ਦਿਓ। ਕਹਿੰਦੇ ਉਹਦੇ ਕੋਲ ਉਹ ਚੀਜ਼ ਮੰਗੀ ਦੀ ਹੈ ਜਿਵੇਂ ਕਬੀਰ ਜੀ ਕਹਿੰਦੇ ਕਬੀਰ ਐਸਾ ਬੀਜ ਬੋਏ ਬਾਰ ਹੈ ਮਾਸ ਫਲੰਤ। ਇਹੋ ਜਿਹਾ ਬੀਜ ਜਿਹੜਾ 12 ਮਹੀਨੇ ਫਲਦਾ ਰਹੇ। ਗੁਰੂ ਦੇ ਕੋਲੋਂ ਇਹੋ ਜੀ ਦਾਤ ਮੰਗ ਕਿ ਉਹ ਹਮੇਸ਼ਾ ਫਲਦੀ ਰਹੇ, ਵੀ ਤੈਨੂੰ ਮੁੜ ਕੇ ਮੰਗਣ ਦੀ ਲੋੜ ਨਾ ਪਵੇ। ਇੱਦਾਂ ਦੀ ਦਾਤ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਮੰਗਣੀ ਹੈ। ਤੇ ਉਹ ਜਿਹੜੀ ਦਾਤ ਹੈ ਨਾਨਕ ਨਾਮ ਮਿਲੈ ਤਾਂ ਜੀਵਾਂ, ਤਾਨ ਮਨ ਥੀਵੈ ਹਰਿਆ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਇਹ ਦਾਤ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਮੰਗਣੀ ਹੈ। ਚੌਪਈ
ਜਬ ਸਤ ਗੁਰ ਅਸ ਬਚਨ ਉਚਾਰੇ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਉਪਦੇਸ਼ ਬਖਸ਼ਿਆ ਹੈ, ਦੰਬੀ ਲੱਜਤ ਸਭਾ ਮਝਾਰੇ। ਜਿੰਨੇ ਵੀ ਦੰਭੀ ਸਭਾ ਵਿੱਚ ਬੈਠੇ ਸਨ ਸਾਰੇ ਲੱਜਤ ਸ਼ਰਮਿੰਦੇ ਹੋ ਗਏ। ਪੰਡਤ ਪ੍ਰਸ਼ਨ ਕਰੈ ਕਹਿ ਬਾਨੀ। ਜਿਹੜੇ ਪੰਡਤ ਸਨ ਉਹ ਫਿਰ ਮਹਾਰਾਜ ਨੂੰ ਪ੍ਰਸ਼ਨ ਕਰਨ ਲੱਗੇ। ਕਹਿ ਉਪਾਸਨਾ ਤੁਮ ਮਨ ਠਾਨੀ। ਆਖਣ ਲੱਗੇ ਮਹਾਰਾਜ ਤੁਸੀਂ ਕਿਹੜੀ ਉਪਾਸਨਾ ਧਾਰਨ ਕੀਤੀ ਹੋਈ ਹੈ? ਨਿਰਗੁਣ ਕੈ ਸਰਗੁਣ ਕੀ ਸੇਵਾ। ਪਰਮੇਸ਼ਰ ਦੇ ਦੋ ਰੂਪ ਨੇ, ਇੱਕ ਨਿਰਗੁਣ ਰੂਪ ਹੈ, ਇੱਕ ਸਰਗੁਣ ਰੂਪ ਹੈ। ਤੁਸੀਂ ਕਿਹਦੀ ਉਪਾਸਨਾ ਕਰਦੇ ਹੋ? ਨਿਰਗੁਣ ਦੀ ਕਰਦੇ ਹੋ ਜਾਂ ਸਰਗੁਣ ਦੀ ਕਰਦੇ ਹੋ? ਕਹਿ ਕੀ ਕਰਹੋ ਕਹੋ ਨਿਜ ਭੇਵਾ। ਕਿਰਪਾ ਕਰਕੇ ਆਪਣਾ ਭੇਦ ਦੱਸੋ ਵੀ ਤੁਸੀਂ ਕਿਹਦੇ ਉਪਾਸਕ ਹੋ। ਸੁਨ ਸ਼੍ਰੀ ਨਾਨਕ ਬੈਨ ਉਚਾਰੇ। ਇਹ ਬਚਨ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਪ੍ਰਿਥਕ ਪ੍ਰਿਥਕ ਦ્વੈ ਨਹੀਂ ਵਿਚਾਰੇ। ਸਤਿਗੁਰੂ ਕਹਿੰਦੇ ਤੁਸੀਂ ਵੱਖਰੇ ਵੱਖਰੇ ਕਰਕੇ ਵਿਚਾਰੇ ਨੇ ਸਰਗੁਣ ਤੇ ਨਿਰਗੁਣ, ਪਰ ਅਸਾਂ ਨੇ ਸਰਗੁਣ ਤੇ ਨਿਰਗੁਣ ਨੂੰ ਵੱਖਰਾ ਵੱਖਰਾ ਕਰਕੇ ਨਹੀਂ ਜਾਣਿਆ। ਅਸੀਂ ਤਾਂ ਇਹ ਕਹਿੰਦੇ ਆ ਵੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਰਗੁਣ ਵੀ ਆਪ ਹੈ ਵਾਹਿਗੁਰੂ ਤੇ ਨਿਰਗੁਣ ਰੂਪ ਵੀ ਪਰਮੇਸ਼ਰ ਆਪ ਹੈ। ਭੇਦ ਹੋਏ ਤੋ ਪ੍ਰਿਥਕ ਸੇਵਾ। ਜੇ ਇਹਨਾਂ ਦੋਹਾਂ ਵਿੱਚ ਕੋਈ ਭੇਦ ਹੋਵੇ ਤੇ ਮੈਂ ਵੱਖਰਾ ਵੱਖਰਾ ਜਾਣ ਕੇ ਇਹਨਾਂ ਦੀ ਸੇਵਾ ਕਰਾਂ ਵੀ ਇਹ ਸਰਗੁਣ ਹੈ ਇਹ ਨਿਰਗੁਣ ਹੈ। ਸਾਡੇ ਲਈ ਤਾਂ ਦੋਨੇ ਇੱਕ ਰੂਪ ਹਨ, ਤੇ ਜੇ ਇੱਕ ਰੂਪ ਨੇ ਤੇ ਅਸੀਂ ਫਿਰ ਸੇਵਾ ਇੱਕ ਦੀ ਕਰਦੇ ਹਾਂ। ਨਿਰਗੁਣ ਸਰਗੁਣ ਲਖੋ ਅਭੇਵਾ। ਗੁਰਦੇਵ ਕਹਿੰਦੇ ਨਿਰਗੁਣ ਤੇ ਸਰਗੁਣ ਨੂੰ ਭਾਈ ਅਲੱਗ-ਅਲੱਗ ਕਰਕੇ ਨਾ ਜਾਣਨਾ ਕਰੋ। ਜੋ ਦੋਨੋਂ ਮੈਂ ਭੇਦ ਪਛਾਨੇ। ਜੇਕਰ ਤੁਸੀਂ ਦੋਹਾਂ ਦੇ ਵਿੱਚ ਭੇਦ ਕਰਕੇ ਪਛਾਣਦੇ ਹੋ, ਸੋ ਮਾਨਵ ਜਾਨੋ ਅਨਜਾਨੇ। ਜਿਨ੍ਹਾਂ ਨੇ ਭੇਦ ਕਰਕੇ ਪਛਾਣਿਆ ਉਹਨਾਂ ਮਨੁੱਖਾਂ ਨੂੰ ਅਣਜਾਣ ਜਾਣੋ ਵੀ ਉਹਨਾਂ ਨੂੰ ਅਜੇ ਗਿਆਨ ਨਹੀਂ ਹੋਇਆ, ਉਹਨਾਂ ਨੂੰ ਅਜੇ ਸੋਝੀ ਨਹੀਂ ਪਈ। ਦੋਹਰਾ ਨਿਰਗੁਣ ਹੈ ਸਭ ਦੇਹ ਮੈਂ ਦ੍ਰਿਸ਼ਟ ਟਾਵਤ ਹੈ ਸੋਏ। ਸਤਿਗੁਰੂ ਕਹਿੰਦੇ ਨਿਰਗੁਣ ਰੂਪ ਹੋ ਕਰਕੇ ਉਹ ਸਾਰਿਆਂ ਵਿੱਚ ਵਿਆਪਕ ਹੈ, ਸਾਰੇ ਸਰੀਰਾਂ ਦੇ ਵਿੱਚ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਦੇਵ ਜੀ ਕਹਿੰਦੇ ਸਾਰਿਆਂ ਵਿੱਚ ਜੋਤ ਉਸੇ ਦੀ ਹੈ ਨਾ, ਤੇ ਉਹ ਦ੍ਰਿਸ਼ਟਾ ਹੈ, ਸਭ ਨੂੰ ਵੇਖ ਰਿਹਾ, ਸੁਣਦਾ ਵੀ ਆਪ ਹੈ, ਬੋਲਦਾ ਵੀ ਆਪ ਹੈ, ਦੇਖਦਾ ਵੀ ਆਪ ਹੈ। ਸਾਖੀ ਰੂਪ ਹੋ ਕਰਕੇ ਉਹ ਸਾਡੇ ਅੰਦਰ ਸਭ ਕੁਝ ਦੇਖ ਰਿਹਾ ਹੈ। ਤੋ ਜਗਤ ਵਿੱਚ ਜੋ ਕੁਝ ਵੀ ਸਾਨੂੰ ਦ੍ਰਿਸ਼ਟੀ ਪੈ ਰਿਹਾ ਹੈ, ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਜਿੰਨੇ ਵੀ ਸਰੀਰ ਅਸੀਂ ਵੇਖ ਰਹੇ ਹਾਂ, ਇਹਨਾਂ ਸਾਰਿਆਂ ਦੇ ਅੰਦਰ ਇੱਕ ਬ੍ਰਹਮ ਦੀ ਸੱਤਾ ਹੈ। ਬ੍ਰਿਜ ਮੈਂ ਕਰੈ ਕਲੋਲ ਪੁਨ ਤਨ ਤਰ ਸਰਗੁਣ ਸੋਏ। ਫਿਰ ਉਸੇ ਨੇ ਹੀ ਸਰਗੁਣ ਰੂਪ ਧਾਰਨ ਕਰਕੇ ਬ੍ਰਿਜ ਦੇ ਵਿੱਚ ਆ ਕਰਕੇ ਖੇਡ ਖੇਡੀ ਕ੍ਰੀੜਾ ਕੀਤਾ ਹੈ। ਚੌਪਈ ਸ਼੍ਰੀ ਕ੍ਰਿਸ਼ਨ ਪੇ ਹਯਾ ਅਵਤਾਰਾ। ਗੁਰਦੇਵ ਕਹਿੰਦੇ ਇਸੇ ਹੀ ਧਰਤੀ ਉੱਪਰ ਸ੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਹੈ। ਜਿਨ ਅਵਨੀ ਕੋ ਭਾਰ ਨਿਵਾਰਾ। ਜਿਨ੍ਹਾਂ ਨੇ ਆ ਕੇ ਧਰਤੀ ਦਾ ਭਾਰ ਨਿਵਰਤ ਕੀਤਾ ਹੈ। ਤਹਿ ਕੇ ਚਰਿਤ ਹਿਰਦੈ ਤੁਮ ਤਾਰੋ। ਮਹਾਰਾਜ ਕਹਿੰਦੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੌਤਕ ਨੇ ਨਾ, ਉਹਨਾਂ ਕੌਤਕਾਂ ਨੂੰ ਵਿਚਾਰ ਕੇ ਉਹਨਾਂ ਨੂੰ ਅੰਦਰ ਹਿਰਦੇ ਵਿੱਚ ਧਾਰਨ ਕਰੋ। ਸ਼ੁੱਧ ਆਤਮੈ ਕਪਟ ਬਿਸਾਰੋ। ਸ਼ੁੱਧ ਮਨ ਹੋ ਕੇ ਨਾ ਅੰਦਰੋਂ ਕਪਟ ਭੁਲਾ ਕੇ ਫਿਰ ਯਾਦ ਕਰੋ ਉਹਨਾਂ ਨੂੰ। ਹੁਣ ਬੜਾ ਗਹਿਰਾ ਪੱਖ ਹੈ ਵੀ ਕਈ ਵਾਰੀ ਕੋਈ ਸਵਾਲ ਕਰੇ ਵੀ ਇਹ ਤਾਂ ਫਿਰ ਗੱਲ ਕ੍ਰਿਸ਼ਨ ਜੀ ਦੀ ਆ ਗਈ ਨਾ। ਇੱਕ ਪਾਸੇ ਮਹਾਰਾਜ ਨੇ ਸਿਧਾਂਤ ਆਪਣਾ ਜਣਾ ਦਿੱਤਾ ਵੀ ਇੱਕ ਓੰਕਾਰ, ਵੀ ਉਹਦੇ ਤੋਂ ਬਿਨਾਂ ਅਸੀਂ ਕਿਸੇ ਨੂੰ ਮੰਨਦੇ ਨਹੀਂ। ਗੁਰੂ ਕਲਗੀਧਰ ਜੀ ਕਹਿੰਦੇ ਨੇ ਵੀ ਮੈਂ ਕਿਸਨ ਬਿਸਨ ਕਬਹੂ ਨਹਿ ਧਿਆਊਂ, ਵੀ ਮੈਂ ਨਹੀਂ ਧਿਆਉਂਦਾ ਇਹਨਾਂ ਨੂੰ। ਕਾਨ ਸੁਨੇ ਪਹਿਚਾਨਾ 300। ਫਿਰ ਦੂਜੇ ਪਾਸੇ ਵੀ ਖੇਡ ਹੈ ਨਾ, ਵੀ ਮਹਾਰਾਜ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਕੌਤਕ ਇੱਥੇ ਕੀਤੇ ਉਹ ਸਰਗੁਣ ਰੂਪ ਹੈ। ਇਹਦੇ ਵਿੱਚ ਅਵਸਥਾ ਕਈ ਤਰ੍ਹਾਂ ਦੀ ਹੁੰਦੀ ਹੈ ਜੀ, ਬੜਾ ਸੂਖਸ਼ਮ ਜਿਹਾ ਵਿਸ਼ਾ ਹੈ। ਇੱਕ ਕੇਵਲ ਗਿਆਨ ਦੀ ਦਸ਼ਾ ਹੁੰਦੀ ਅੰਦਰ, ਇੱਕ ਅਨੰਨ ਭਗਤ ਹੁੰਦਾ ਹੈ, ਇੱਕ ਪੂਰਨ ਗਿਆਨ ਦੀ ਦਸ਼ਾ ਹੁੰਦੀ ਹੈ। ਜਦੋਂ ਕੋਈ ਅਨੰਨ ਭਗਤ ਹੁੰਦਾ ਨਾ, ਉਹ ਕਿਸੇ ਦੀ ਭਗਤੀ ਕਰਦਾ ਜਦੋਂ ਅੰਦਰੋਂ
ਗਿਆਨ ਕਰਕੇ ਅਧੂਰਾ ਹੁੰਦਾ ਹੈ। ਕਈ ਵਾਰੀ ਉਹ ਜਿਹਦਾ ਉਪਾਸ਼ਕ ਹੁੰਦਾ ਜੀ ਉਹਦੇ ਨਾਲ ਜੁੜ ਕੇ ਉਹਦੀ ਉਸਤਤੀ ਬੜੀ ਕਰੇਗਾ, ਸਿਫਤ ਬੜੀ ਕਰੇਗਾ, ਪਰ ਕਈ ਵਾਰੀ ਉਹ ਲੋਕ ਕੀ ਕਰਦੇ ਵੀ ਦੂਜਿਆਂ ਦੀ ਨਿੰਦਿਆ ਕਰੀ ਜਾਂਦੇ ਨੇ। ਆਮ ਕਰਕੇ ਜਗਤ ਵਿੱਚ ਐਸੇ ਸਾਨੂੰ ਮਿਲ ਵੀ ਜਾਣਗੇ। ਮੈਂ ਛੋਟੀ ਜਿਹੀ ਉਦਾਹਰਣ ਦਿਆਂ ਵੀ ਜਦੋਂ ਤੁਲਸੀ ਜੀ ਨੂੰ ਆਰਤੀ ਕਰਨ ਵਾਸਤੇ ਮੰਦਿਰ ਵਿੱਚ ਸੱਦਿਆ ਗਿਆ ਜੀ, ਉਹਨਾਂ ਨੇ ਆਰਤੀ ਨਹੀਂ ਕੀਤੀ। ਉਹਨਾਂ ਨੇ ਕਹਿੰਦੇ ਵੀ ਮੈਨੂੰ ਉਹ ਨਜ਼ਰ ਹੀ ਨਹੀਂ ਆ ਰਹੇ ਆ ਜਿਹਦੇ ਹੱਥ ਵਿੱਚ ਧਨੁਸ਼ੋ ਹੋਵੇ, ਜਿਹਦੇ ਨਾਲ ਸੀਤਾ ਹੋਵੇ ਤੇ ਜਿਹਦੇ ਨਾਲ ਲਛਮਣ ਖੜਿਆ ਹੋਵੇ, ਮੈਨੂੰ ਨਜ਼ਰ ਨਹੀਂ ਆ ਰਿਹਾ। ਭਾਵੇਂ ਮੂਰਤ ਬੜੀ ਸੋਹਣੀ ਹੈ, ਹੱਥ ਵਿੱਚ ਬੰਸਰੀ ਪਕੜੀ ਹੋਈ ਹੈ, ਬੜੀ ਚੰਗੀ ਲੱਗ ਰਹੀ ਹੈ, ਪਰ ਮੈਨੂੰ ਉਹ ਨਜ਼ਰ ਨਹੀਂ ਆ ਰਿਹਾ ਵੀ ਜਿਹਦਾ ਮੈਂ ਉਪਾਸ਼ਕ ਹਾਂ। ਠੀਕ ਹੈ ਵੀ ਉਹ ਅਨੰਨ ਭਗਤੀ ਹੈ, ਵੀ ਇੱਕ ਦਾ ਪੁਜਾਰੀ ਹੈ, ਪਰ ਜਦੋਂ ਦੂਜੇ ਨੂੰ ਵੇਖਿਆ ਜੀ ਦੂਜੇ ਵਿੱਚੋਂ ਕੁਝ ਨਹੀਂ ਦਿਸਿਆ ਵੀ ਨਹੀਂ ਇਹ ਉਹ ਨਹੀਂ ਹੈ ਜਿਹਨੂੰ ਮੈਂ ਪੂਜ ਰਿਹਾ, ਇਹ ਉਹ ਨਹੀਂ ਹੈ। ਉੱਥੇ ਫਿਰ ਭੇਦ ਪੈ ਗਿਆ ਨਾ। ਠੀਕ ਹੈ ਅਨੰਨ ਭਗਤ ਆ, ਉਹ ਭਗਤੀ ਅਜੇ ਅਧੂਰੀ ਹੈ। ਇੱਕ ਭਗਤ ਜਦੋਂ ਭਗਤੀ ਕਰਦਾ ਕਰਦਾ ਪ੍ਰੇਮਾ ਭਗਤੀ ਦੇ ਰੰਗ ਦੇ ਵਿੱਚੋਂ ਨਿਕਲ ਕੇ ਜਦੋਂ ਗਿਆਨ ਦੀ ਪੂਰਨ ਦਸ਼ਾ ਅੰਦਰ ਵਰਤ ਜਾਂਦੀ ਹੈ, ਉਦੋਂ ਫਿਰ ਉਹਨੂੰ ਸਾਰਿਆਂ ਵਿੱਚੋਂ ਆਪਣਾ ਪਿਆਰਾ ਹੀ ਦਿਖਾਈ ਦਿੰਦਾ ਜੀ। ਭਾਈ ਕਨ੍ਹਈਆ ਸਾਹਿਬ ਜੀ ਉਹਨਾਂ ਨੂੰ ਸਾਰਿਆਂ ਵਿੱਚੋਂ ਗੁਰੂ ਕਲਗੀਧਰ ਜੀ ਦਿਖਾਈ ਦੇ ਰਹੇ ਸਨ। ਉਹਨਾਂ ਦੀ ਅਨੰਨ ਭਗਤੀ ਪ੍ਰੇਮਾ ਭਗਤੀ ਸੀ। ਜਦੋਂ ਪੂਰਨ ਤੌਰ ਤੇ ਅੰਦਰ ਕਲਾ ਵਰਤ ਗਈ ਨਾ, ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਜਦੋਂ ਇਹ ਕਲਾ ਵਰਤ ਗਈ ਅੰਦਰ, ਉਦੋਂ ਫਿਰ ਮੁਗਲਾਂ ਵਿੱਚੋਂ ਵੀ ਗੁਰੂ ਦੇ ਦਰਸ਼ਨ ਨੇ ਜੀ, ਸਿੰਘਾਂ ਵਿੱਚੋਂ ਵੀ ਗੁਰੂ ਦੇ ਦਰਸ਼ਨ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦੀਦਾਰ ਕਰੀਏ, ਮਹਾਰਾਜ ਕਹਿੰਦੇ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ। ਫਿਰ ਇੱਥੇ ਕਹਿ ਰਹੇ ਨੇ ਵੀ ਉਹ ਗੋਪੀਆਂ ਵੀ ਆਪ ਹੈ, ਉਹ ਕਾਨ ਵੀ ਆਪ ਹੈ, ਆਪੇ ਉਹ ਗਊਆਂ ਚਰਾ ਰਹੇ ਹੈ। ਗੁਰਬਾਣੀ ਵਿੱਚ ਕਈ ਥਾਵਾਂ ਤੇ ਉਦਾਹਰਣਾਂ ਆਉਂਦੀਆਂ ਐਸੀਆਂ। ਉਹ ਖੇਡ ਕੀ ਹੈ ਕਿ ਇਹਨਾਂ ਸਾਰਿਆਂ ਦੇ ਵਿੱਚ ਇੱਕ ਕਰਤਾ ਪੁਰਖ ਹੀ ਵਰਤ ਰਿਹਾ। ਜਦੋਂ ਕਹਿੰਦੇ ਆ ਸੰਸਾਰ ਵਿੱਚ ਪ੍ਰਭੂ ਵਿਆਪਕ ਹੈ, ਤਾਂ ਆਹ ਜਿਹੜਾ ਪੱਖ ਹੈ ਨਾ, ਜਦੋਂ ਅਵਤਾਰੀ ਪੁਰਸ਼ਾਂ ਦਾ ਪੱਖ ਚੱਲਦਾ ਹੈ, ਇੱਥੇ ਅਸੀਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਦੇ ਅੰਦਰ ਵੀ ਉਹੀ ਜੋਤ ਵਰਤਦੀ ਹੈ ਜੀ ਜੋ ਸਾਡੇ ਅੰਦਰ ਹੈ, ਜੋ ਆਮ ਮਨੁੱਖਾਂ ਅੰਦਰ ਹੈ। ਇਹੀ ਜੋਤ ਉੱਥੇ ਵਰਤਦੀ ਪਈ ਹੈ। ਜੇ ਅਸੀਂ ਕੌਤਕ ਕਰ ਰਹੇ ਹਾਂ, ਅਸੀਂ ਮਾਇਆ ਦੇ ਰੰਗ ਵਿੱਚ ਨੱਚ ਰਹੇ ਹਾਂ, ਬ੍ਰਹਮ ਦੀ ਸੱਤਾ ਕਰਕੇ ਅਸੀਂ ਕਿਰਿਆ ਕਰ ਰਹੇ ਹਾਂ, ਤੇ ਬ੍ਰਹਮ ਦੀ ਸੱਤਾ ਕਰਕੇ ਉਹਨਾਂ ਨੇ ਕਿਰਿਆ ਕੀਤੀ ਹੈ। ਉੱਥੇ ਵੀ ਸਰਗੁਣ ਤੇ ਨਿਰਗੁਣ ਸਰੂਪ ਪਰਮੇਸ਼ਰ ਦਾ, ਇੱਥੇ ਵੀ ਸਰਗੁਣ ਤੇ ਨਿਰਗੁਣ ਸਰੂਪ ਪਰਮੇਸ਼ਰ ਦਾ। ਤੇ ਜਿਹੜੇ ਅਨੰਨ ਭਗਤ ਪ੍ਰੇਮਾ ਭਗਤੀ ਦੇ ਰੰਗ ਨੂੰ ਇੱਕ ਵਾਰੀ ਮਾਣ ਲੈਂਦੇ ਨੇ ਨਾ, ਫਿਰ ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਗੁਰੂ ਕਲਗੀਧਰ ਜੀ ਨੇ ਚੰਡੀ ਦੀ ਵਾਰ ਦੇ ਪਹਿਲੇ ਬੋਲ ਵਿੱਚ ਲਿਖਿਆ ਨਾ ਜੀ ਨਾ, ਤੈਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਭਾਵੇਂ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਪਰ ਬਲ ਤੁਹਾਡਾ ਸੀਗਾ ਉਹਨਾਂ ਦੇ ਵਿੱਚ। ਤੇ ਇਹ ਤਾਂ ਸੱਚਾਈ ਹੈ ਨਾ ਵੀ ਉਹਨਾਂ ਨੇ ਮਾਰਿਆ, ਪਰ ਬਲ ਤੁਹਾਡਾ ਸੀਗਾ। ਜੇ ਕਹਿੰਦੇ ਨੇ ਵੀ ਸ੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ, ਬਿਲਕੁਲ ਉਹਨਾਂ ਨੇ ਮਾਰਿਆ, ਇਹਦੇ ਵਿੱਚ ਕੋਈ ਅਤ ਕਥਨ ਹੀ ਨਹੀਂ, ਸਮੇਂ ਦੇ ਅਵਤਾਰੀ ਪੁਰਸ਼ ਸਨ, ਪਰ ਬਲ ਤੁਹਾਡਾ ਸੀਗਾ। ਬਲ ਉੱਥੇ ਵੀ ਤੁਹਾਡਾ ਹੀ ਵਰਤਦਾ ਸੀ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਤੁਹਾਡੇ ਕੋਲੋਂ ਇਹ ਬਲ ਲੈ ਕੇ ਤੇ ਕਹਿੰਦੇ ਸ੍ਰੀ ਰਾਮਚੰਦਰ ਜੀ ਨੇ ਦਹਿ ਸਿਰ ਮਾਰ ਦਿੱਤਾ, ਤੀਰਾਂ ਦੇ ਨਾਲ ਰਾਵਣ ਮਾਰ ਦਿੱਤਾ। ਉੱਥੇ ਵੀ ਬਲ ਤੁਹਾਡਾ ਸੀਗਾ। ਇਹ ਹੁੰਦਾ ਜੀ ਸਰਗੁਣ ਸਰੂਪ ਦੇ ਵਿੱਚ ਨਿਰਗੁਣ ਨੂੰ ਵੇਖਣਾ। ਜਿਵੇਂ ਸਿੱਕਾ ਹੁੰਦਾ ਨਾ, ਦਾਸ ਉਦਾਹਰਣ ਦਿੰਦਾ ਜੀ ਹਮੇਸ਼ਾ, ਸਿੱਕੇ ਦੇ ਦੋ ਪਹਿਲੂ ਨੇ, ਪਰ ਤੁਸੀਂ ਅਲੱਗ ਨਹੀਂ ਕਰ ਸਕਦੇ, ਕਦੇ ਵੀ ਨਹੀਂ ਕਰ ਸਕਦੇ। ਜੇ ਮੈਂ ਕਹਾਂ ਵੀ ਇੱਕ ਸਿੱਕਾ ਜੀ ਦੋ ਪਾਸੇ ਨੇ ਉਹਦੇ, ਮੈਂ ਅਲੱਗ ਕਰ ਲਵਾਂ, ਨਹੀਂ ਕਰ ਸਕਦੇ। ਸਿੱਕਾ ਇੱਕ ਹੈ, ਪਹਿਲੂ ਦੋ ਨੇ ਉਹਦੇ। ਇੱਥੇ ਵੀ ਕਲਾ ਉਹੀ ਵਰਤਦੀ ਹੈ ਪਰਮੇਸ਼ਰ ਦੀ। ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ, ਪਰ ਇੱਕ ਹੈ, ਅਲੱਗ ਨਹੀਂ ਹੋ ਸਕਦਾ, ਨਾ ਹੀ ਕਰ ਸਕਨੇ ਆ, ਕਦੇ ਵੀ ਨਹੀਂ ਹੋ ਸਕਦਾ। ਇੱਕ ਹੀ ਸਰੂਪ ਹੈ ਉਹ ਪਰਮੇਸ਼ਰ। ਇਸੇ ਤਰ੍ਹਾਂ ਇਹ ਸਾਰੀ ਕਲਾ ਸੰਸਾਰ ਦੇ ਵਿੱਚ ਜਿਹੜੀ ਵਰਤ ਰਹੀ ਪਰਮੇਸ਼ਰ ਅਕਾਲ ਪੁਰਖ ਦੀ, ਉਹ ਸਰਗੁਣ ਤੇ ਨਿਰਗੁਣ ਸਰੂਪ ਇੱਕੋ ਹੀ ਨੇ। ਇਸੇ ਕਰਕੇ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ,
ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਸਤਿਯੁਗ ਕੀ, ਤ੍ਰੇਤਾ ਕੀ, ਦੁਆਪਰ ਕੀ, ਸਾਰੇ ਰਾਜ ਯੋਗ ਉਹਨਾਂ ਨੇ ਮਾਣੇ ਨੇ, ਪਰਮੇਸ਼ਰ ਨੇ। ਸਰਗੁਣ ਵੀ ਤੇ ਨਿਰਗੁਣ ਵੀ ਉਹ ਆਪ ਹੈ। ਤੇ ਜਦੋਂ ਕੋਈ ਉਹਦੇ ਪ੍ਰੇਮਾ ਭਗਤੀ ਦੇ ਰੰਗ ਵਿੱਚ ਡੁੱਬ ਜਾਏ, ਉਹਨੂੰ ਫਿਰ ਸਾਰਿਆਂ ਵਿੱਚੋਂ ਆਪਣਾ ਪਿਆਰਾ ਹੀ ਦਿਸਦਾ ਹੈ, ਸਭ ਦੇ ਵਿੱਚੋਂ ਫਿਰ ਉਹਨੂੰ ਕਰਤਾ ਪੁਰਖ ਦਿਸਦਾ ਹੈ। ਤੇ ਬਾਕੀ ਇਹ ਜਿੰਨਾ ਵੀ ਸੰਸਾਰ ਹੈ ਨਾ, ਇਹ ਪਰਮੇਸ਼ਰ ਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਮਾਲਕ ਨੇ, ਅਕਾਲ ਪੁਰਖ ਦਾ ਸਰੂਪ ਨੇ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਸ ਮਾਨ ਸਿਓ ਤਾਰ ਧਾਰ ਦਰਸ ਦਿਖਾਏ ਹੈ। ਸਾਰਾ ਸਰੂਪ ਹੀ ਉਹਨਾਂ ਦਾ ਹੈ, ਜਿਤਨਾ ਵੀ ਸੰਸਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ੁੱਧ ਆਤਮੈ ਕਪਟ ਵਿਸਾਰੋ। ਮਨ ਨੂੰ ਸ਼ੁੱਧ ਕਰਕੇ ਆਪਣੇ ਅੰਦਰ ਦਾ ਜਿਹੜਾ ਕਪਟ ਹੈ ਇਹਨੂੰ ਵਿਸਾਰ ਦਿਓ, ਭੁਲਾ ਦਿਓ, ਦੂਰ ਕਰ ਦਿਓ। ਭਵ ਬੰਧਨ ਮੈਂ ਦਿੜ ਜੇ ਬਾਂਧੇ। ਜਿਹੜੇ ਮਨੁੱਖ ਸੰਸਾਰ ਦੇ ਬੰਧਨਾਂ ਦੇ ਵਿੱਚ ਬੰਨੇ ਹੋਏ ਹਨ, ਛੁਟ ਹੈ ਤਿਨ ਹੈ ਤੇ ਹਰ ਆਰਾਧੇ। ਜਿਹੜੇ ਹਰੀ ਪਰਮੇਸ਼ਰ ਦੀ ਆਰਾਧਨਾ ਕਰਨਗੇ, ਉਹਦਾ ਨਾਮ ਜਪਣਗੇ, ਉਹ ਸਾਰੇ ਬੰਧਨਾਂ ਤੋਂ ਰਹਿਤ ਹੋ ਜਾਣਗੇ। ਕਲਮਲ ਕਰਹੁ ਅੰਤ ਦੁਖਦਾਈ। ਭਾਈ ਜੇਕਰ ਪਾਪ ਕਰੋਗੇ ਅੰਤ ਦੁਖਦਾਈ ਹੋਵੇਗਾ, ਅੰਤ ਨੂੰ ਬੜੇ ਦੁੱਖ ਸਹਿਣੇ ਪੈਣਗੇ। ਜਪਹੁ ਨਾਮ ਸਭ ਹੋਏ ਸਹਾਈ। ਜੇ ਪਰਮੇਸ਼ਰ ਦਾ ਨਾਮ ਜਪੋਗੇ, ਅੰਤ ਕਾਲ ਵਾਹਿਗੁਰੂ ਦਾ ਨਾਮ ਤੁਹਾਡੀ ਸਹਾਇਤਾ ਕਰੇਗਾ। ਨਾਮ ਤੋਂ ਬਿਨਾਂ ਤੇਰੀ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ। ਕਲ ਮਹਿ ਹਰ ਕੀਰਤ ਪ੍ਰਧਾਨਾ। ਕਲਯੁਗ ਦੇ ਸਮੇਂ ਵਿੱਚ ਹਰੀ ਦੀ ਕੀਰਤੀ ਪ੍ਰਧਾਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦੀ ਕੀਰਤੀ ਜਿਹੜੀ ਉਹ ਮੁੱਖ ਹੈ। ਅਪਰ ਨ ਜਾਣੋ ਇਸੇ ਸਮਾਨਾ। ਪਰਮੇਸ਼ਰ ਦੀ ਕੀਰਤੀ ਦੇ ਸਮਾਨ ਹੋਰ ਕਿਸੇ ਦੂਸਰੇ ਕਰਮ ਨੂੰ ਤੁਲ ਨਾ ਜਾਣਨਾ ਕਰੋ, ਕਿਉਂਕਿ ਕਰਮ ਤਾਂ ਉਹ ਵੱਡਾ ਨਾ ਜੀ, ਜਿਹਦੇ ਨਾਲ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਵੇ। ਤੀਰਥ ਵੱਡਾ ਹੈ। ਜੇ ਮੈਂ ਤੀਰਥ ਤੇ ਇਸ਼ਨਾਨ ਕਰਨ ਗਿਆ ਤੇ ਮੈਨੂੰ ਪ੍ਰਭੂ ਮਿਲ ਗਿਆ, ਯਾਨੀ ਕਿ ਤੀਰਥ ਕਰਕੇ ਮੈਂ ਪ੍ਰਭੂ ਨੂੰ ਪਾ ਲਿਆ ਤੇ ਤੀਰਥ ਵੱਡਾ ਹੋ ਗਿਆ। ਜੇ ਕਰਮਕਾਂਡ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਮੈਂ ਕਰ ਰਿਹਾ, ਜੇ ਉਹ ਕਰਮਕਾਂਡ ਕਰਕੇ ਮੈਨੂੰ ਰੱਬ ਮਿਲ ਗਿਆ ਤੇ ਉਹ ਕਰਮਕਾਂਡ ਵੱਡਾ। ਪਰ ਗੁਰਬਾਣੀ ਨੇ ਤਾਂ ਕਿਤੇ ਨਹੀਂ ਆਖਿਆ। ਸਤਿਗੁਰੂ ਤਾਂ ਇਹ ਕਹਿੰਦੇ ਨੇ ਵੀ ਪ੍ਰਭ ਕਾ ਸਿਮਰਨ ਸਭ ਤੇ ਹੀ ਉੱਚਾ। ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ, ਕਿਉਂਕਿ ਇਹ ਕਰਮ ਉਹ ਹੈ ਜਿਸ ਕਰਮ ਦੇ ਨਾਲ ਪ੍ਰਭੂ ਪ੍ਰਾਪਤ ਹੁੰਦਾ ਹੈ। ਜਿਵੇਂ ਪੈਸਾ ਵੱਡਾ, ਜੋ ਮਰਜ਼ੀ ਖਰੀਦ ਲਓ ਪੈਸੇ ਨਾਲ। ਪੈਸਾ ਵੱਡਾ ਹੈ ਨਾ, ਤਾਂ ਹੀ ਤਾਂ ਦੌੜ ਪੈਸੇ ਪਿੱਛੇ ਹੈ ਸਾਡੀ ਸਾਰਿਆਂ ਦੀ। ਚਾਹੇ ਧਾਰਮਿਕ, ਰਾਜਨੀਤਿਕ, ਆਰਥਿਕ ਦੁਨੀਆ, ਕਿਸੇ ਪ੍ਰਕਾਰ ਦੀ ਦੁਨੀਆ, ਦੌੜ ਮਾਇਆ ਪਿੱਛੇ ਹੈ। ਮਾਇਆ ਵੱਡੀ ਹੈ, ਪਤਾ ਵੀ ਇਹਦੇ ਨਾਲ ਸਾਰਾ ਕੁਝ ਹੀ ਆ ਜਾਣਾ। ਇਹ ਆ ਗਈ ਤੇ ਕੁਝ ਪਿੱਛੇ ਰਹਿਣਾ ਨਹੀਂ। ਇਸੇ ਪ੍ਰਕਾਰ ਕਰਮ ਉਹ ਵੱਡਾ ਹੈ ਜਿਸ ਕਰਮ ਦੇ ਨਾਲ ਪ੍ਰਭੂ ਮਿਲ ਜਾਏ। ਪਰ ਗੁਰਬਾਣੀ ਕਹਿੰਦੀ ਨਹੀਂ ਮਿਲਿਆ। ਕਬੀਰ ਜੀ ਕਹਿੰਦੇ, ਕੀਓ ਸਿੰਗਾਰ ਮਿਲਣ ਕੈ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਮੈਂ ਸ਼ਿੰਗਾਰ ਕੀਤਾ ਕਰਮਾਂ ਦਾ, ਪਰਮੇਸ਼ਰ ਨਹੀਂ ਮਿਲਿਆ, ਕਿਉਂਕਿ ਉਹ ਸ਼ਿੰਗਾਰ ਨਾਲ ਉਹ ਮਿਲਦਾ ਹੀ ਨਹੀਂ। ਜਿਸ ਕਰਮ ਨਾਲ ਮਿਲਦਾ ਸੀ ਉਹ ਨਾ ਮੈਂ ਕਰ ਸਕਿਆ। ਉਹ ਕਰਮ ਹੈ ਪਰਮੇਸ਼ਰ ਦਾ ਨਾਮ। ਸੋ ਜਿਹੜੀ ਚੀਜ਼ ਉੱਤਮ ਹੈ ਉਹਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ, ਤੇ ਉਹ ਉੱਤਮ ਵਸਤੂ ਪਰਮੇਸ਼ਰ ਦੀ ਕੀਰਤੀ, ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਕਲਯੁਗ ਵਿੱਚ ਵਾਹਿਗੁਰੂ ਦੇ ਨਾਮ ਦੇ ਸਮਾਨ, ਉਹਦੀ ਕੀਰਤੀ ਦੇ ਸਮਾਨ ਕੁਝ ਹੋਰ ਨਾ ਜਾਣਨਾ ਕਰੋ। ਭਗਤ ਕਰੋ ਸਭ ਹੀ ਸੁਖ ਪਾਵੋ। ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰੋ, ਸਰਬ ਸੁੱਖਾਂ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਕਸ਼ਟ ਹੋਏ ਜੇ ਦੰਭ ਕਮਾਵੋ। ਜੇਕਰ ਦੰਭ ਪਖੰਡ ਕਮਾਓਗੇ ਨਾ, ਦਿਖਾਵਾ ਕਰੋਗੇ, ਫਿਰ ਭਾਰੀ ਕਸ਼ਟਾਂ ਦੀ ਪ੍ਰਾਪਤੀ ਹੋਵੇਗੀ। ਦੋਹਰਾ ਦਇਆ ਸਦਨ ਕੇ ਬਦਨ ਤੇ, ਬਚਨ ਸੁਨੇ ਗਤ ਦੈਨ। ਦਇਆ ਦੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਵਿੱਚੋਂ ਤਿਨਾਂ ਨੇ ਮੁਕਤੀਦਾਇਕ ਬਚਨ ਸਰਵਣ ਕੀਤੇ ਹਨ। ਹਿਰਦੈ ਸ਼ੁੱਧ ਬੰਧਨ ਕਰਤ, ਸਿੱਖ ਭਏ ਮਨ ਚੈਨ। ਸਤਿਗੁਰਾਂ ਦੇ ਬਚਨਾਂ ਦੇ ਨਾਲ ਹਿਰਦਾ ਸ਼ੁੱਧ ਹੋ ਗਿਆ। ਕਿਤਨਾ ਕੁ ਪ੍ਰਤਾਪ ਹੋਵੇਗਾ ਮੇਰੇ ਸਤਿਗੁਰਾਂ ਦੇ ਬਚਨਾਂ ਵਿੱਚ। ਜਿਨ੍ਹਾਂ ਨੇ ਉਹ ਬਚਨ ਸਰਵਣ ਕੀਤੇ, ਹਿਰਦਾ ਸ਼ੁੱਧ ਹੋ ਗਿਆ ਉਹਨਾਂ ਦਾ। ਤਾਂ ਹੀ ਗੁਰਦੇਵ ਜੀ ਕਹਿੰਦੇ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਾਨ ਤਨ ਮੇਰਾ ਠਾਰ ਥੀਓ।
ਮੇਰਾ ਹਿਰਦਾ ਠੰਡਾ ਠਾਰ ਹੋ ਗਿਆ ਮਹਾਰਾਜ ਤੁਹਾਡੇ ਬਚਨ ਸੁਣ ਕੇ। ਕਿੰਨਾ ਆਨੰਦ ਬਣਦਾ ਜਦੋਂ ਸਿੱਖ ਪ੍ਰੇਮ ਨਾਲ ਗੁਰੂ ਕੀ ਬਾਣੀ ਨੂੰ ਸਰਵਣ ਕਰਦਾ ਹੈ। ਇਹ ਬਾਣੀ ਅੰਦਰ ਦੀ ਮੈਲ ਸਾਡੀ ਉਤਾਰ ਦਿੰਦੀ ਹੈ। ਤਾਂ ਭਾਈ ਸੰਤੋਖ ਸਿੰਘ ਜੀ ਹੋਰੀ ਲਿਖਦੇ ਨੇ, ਹਿਰਦੈ ਸੁਧ ਬੰਧਨ ਕਰਤ, ਸ਼ੁੱਧ ਹਿਰਦੇ ਨਾਲ ਮਹਾਰਾਜ ਨੂੰ ਪ੍ਰੇਮ ਨਾਲ ਨਮਸਕਾਰਾਂ ਕਰਦੇ ਨੇ। ਸਿੱਖ ਭਏ ਮਨ ਚੈਨ, ਜਿਹੜਾ ਮਨ ਪਹਿਲਾਂ ਅਸ਼ਾਂਤੀ ਕਰਕੇ ਭਟਕਦਾ ਫਿਰਦਾ ਸੀ, ਉਸ ਮਨ ਦੇ ਅੰਦਰ ਚੈਨ ਆ ਵਸਿਆ ਤੇ ਸਭ ਸਤਿਗੁਰਾਂ ਦੇ ਸਿੱਖ ਬਣ ਗਏ। ਚੌਪਈ ਜਿਤੇ ਹਤੇ ਜਾਤਰੀ ਤਹਿ ਥਾਈ, ਜਿੰਨੇ ਵੀ ਉੱਥੇ ਲੋਕ ਯਾਤਰਾ ਕਰਨ ਵਾਸਤੇ ਆਏ ਸਨ, ਸੁਨ ਸਤਿਗੁਰ ਡਿਗ ਆਵਤ ਧਾਈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਔਰ ਜਸ ਨੂੰ ਸੁਣ ਕੇ ਸਭ ਮਹਾਰਾਜ ਦੇ ਚਰਨਾਂ ਵਿੱਚ ਆਉਣ ਲੱਗੇ। ਬੰਧਨ ਕਰਹਿ ਉਪਾਇਨ ਤਰਕੈ, ਬੜੇ ਪ੍ਰੇਮ ਦੇ ਨਾਲ ਭਟਾਵਾਂ ਰੱਖ ਕੇ ਨਮਸਕਾਰਾਂ ਕਰਦੇ ਹਨ। ਬਿਨੈ ਭਨੈ ਮਹਾਪੁਰਖ ਵਿਚਰਕੈ, ਸਤਿਗੁਰਾਂ ਨੂੰ ਮਹਾਂਪੁਰਖ ਵਿਚਾਰ ਕਰਕੇ ਅਰਦਾਸ ਬੇਨਤੀਆਂ ਕਰਦੇ ਹਨ। ਸ੍ਰੀ ਗੁਰ ਸਭਹਿਨ ਦੇ ਉਪਦੇਸ਼ਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਨੂੰ ਉਪਦੇਸ਼ ਦੀ ਦਾਤ ਬਖਸ਼ਦੇ ਹਨ। ਸਤਿਨਾਮ ਸਿਮਰੋ ਜਗਤੇਸ਼ਾ, ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਕਰੋ। ਪਾਓ ਭਗਤ ਕਰੀਏ ਛਲ ਖੋਏ, ਹਿਰਦੇ ਵਿੱਚੋਂ ਛਲ ਦੂਰ ਕਰਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨਾ ਕਰੋ। ਅਸ ਜੇ ਕਰਹੁ ਤੁਮਰੀ ਗਤ ਹੋਏ, ਜੇਕਰ ਪ੍ਰੇਮਾ ਭਗਤੀ ਕਰੋਗੇ, ਨਾਮ ਜਪੋਗੇ, ਤੁਹਾਡੀ ਕਲਿਆਣਤਾ ਹੋਵੇਗੀ। ਲੋਕ ਤੇ ਪਰਲੋਕ ਤੁਹਾਡਾ ਸੁਹੇਲਾ ਹੋਵੇਗਾ। ਦਿਵਸ ਤੀਨ ਤਹਿ ਰਾਖਿਓ ਡੇਰਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ 3 ਦਿਨ ਆਪਣਾ ਡੇਰਾ ਰੱਖਿਆ ਹੈ। ਕਰ ਕੈ ਮਰਦਨ ਦੰਭ ਕਨੇਰਾ, ਇੱਥੇ ਜਿਹੜੇ ਲੋਕ ਹੰਕਾਰੀ ਸਨ, ਪਖੰਡੀ ਸਨ, ਉਹਨਾਂ ਦੇ ਅੰਦਰ ਦਾ ਹੰਕਾਰ ਦੰਭ ਮਰਦਨ ਕਰਕੇ ਮਲ ਕੇ ਨਸ਼ਟ ਕਰਕੇ ਆਗੇ ਗਮਨ ਕੀਨ ਗੁਣ ਖਾਨੀ, ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਥੋਂ ਅੱਗੇ ਨੂੰ ਚੱਲ ਪਏ। ਚਾਹੇ ਅਨੇਕ ਉਦਾਰੇ ਪ੍ਰਾਨੀ, ਜਿਸ ਪਾਤਸ਼ਾਹ ਨੇ ਅਨੇਕਾਂ ਪ੍ਰਾਣੀਆਂ ਦਾ ਉਧਾਰ ਕੀਤਾ ਹੈ, ਅਨੇਕਾਂ ਜੀਵਾਂ ਦਾ ਉਧਾਰ ਕੀਤਾ ਹੈ। ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਉਹਦੇ ਤਾਰੇ ਨਹੀਂ ਗਿਣਾਏ ਜਾ ਸਕਦੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਇੱਕ ਵਿਦਵਾਨ ਸੱਜਣ ਕਵੀ ਜੀ ਕਹਿੰਦੇ, ਤਾਰੇ ਤਾਂ ਗਿਣੇ ਜਾ ਸਕਦੇ ਪਾਤਸ਼ਾਹ, ਪਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਭਵ ਸਾਗਰ ਤੋਂ ਤਾਰ ਦਿੱਤਾ, ਉਹਨਾਂ ਦੀ ਗਿਣਤੀ ਨਹੀਂ ਜਗਤ ਵਿੱਚੋਂ ਕੀਤੀ ਜਾ ਸਕਦੀ। ਐਸੇ ਦਇਆ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਚਾਲਾ ਪਾਇਆ ਹੈ। ਦੋਹਰਾ ਕਰਤਿਓ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖਦਾਏ। ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਨਾਲ ਬਚਨ ਬਿਲਾਸ ਕਰਦਿਆਂ ਹੋਇਆ, ਦੁੱਖ ਨਾਸ਼ਕ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਤੇ ਸੁੱਖਾਂ ਦੀ ਦਾਤ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਗਰ ਅਯੁੱਧਿਆ ਜਹ ਹੁਤੋ ਛਿਨ ਮਹਿ ਪਹੁੰਚੇ ਆਏ। ਜਿਸ ਜਗ੍ਹਾ ਤੇ ਅਯੁੱਧਿਆ ਨਗਰੀ ਸੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਛਿਨ ਵਿੱਚ ਉੱਥੇ ਆਣ ਪਹੁੰਚੇ ਨੇ। ਕਿਉਂਕਿ ਜਿੱਥੇ ਜਿੱਥੇ ਦੰਭ ਦਿਖਾਈ ਦਿੰਦਾ ਸੀ ਨਾ, ਮਹਾਰਾਜ ਉੱਥੇ ਉੱਥੇ ਪਹੁੰਚ ਜਾਂਦੇ ਸਨ। ਇੱਕ ਤਾਂ ਵੈਦ ਹੁੰਦਾ ਨਾ, ਜਦੋਂ ਬੰਦਾ ਬਿਮਾਰ ਹੋਵੇ ਤੇ ਲੋਕ ਆਪ ਵੈਦ ਕੋਲ ਚੱਲ ਕੇ ਜਾਂਦੇ ਨੇ, ਜੀ ਆਹ ਬਿਮਾਰੀ ਲੱਗੀ ਹੈ, ਤੇ ਵੈਦ ਫਿਰ ਨਬਜ ਵੇਖਦਾ ਵੀ ਇਹਨੂੰ ਆਹ ਬਿਮਾਰੀ ਲੱਗੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਿਸ ਦਿਨ ਅਵਤਾਰ ਹੋਇਆ ਨਾ, ਮਹਾਰਾਜ ਨੇ ਫਿਰ ਝਾਤੀ ਮਾਰੀ, ਸਭ ਦੀ ਨਬਜ ਪਛਾਣ ਗਏ, ਇੱਥੇ ਤਾਂ ਸਾਰੇ ਹੀ ਰੋਗੀ ਨੇ। ਜਾਣ ਗਏ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਇਹ ਰੋਗੀ ਨੇ ਇੱਥੇ। ਜ਼ਿਆਦੇ ਰੋਗੀ ਕਿੱਥੇ ਨੇ? ਧਰਮ ਸਥਾਨਾਂ ਤੇ। ਇੱਥੇ ਜ਼ਿਆਦੇ ਰੋਗੀ ਬੈਠੇ ਹੋਏ ਨੇ। ਤੇ ਫਿਰ ਮਹਾਰਾਜ ਨੇ ਫਿਰ ਜਿੰਨਾ ਵੀ ਭਰਮਣ ਕੀਤਾ ਤੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਜਾ ਕੇ ਰੋਗੀਆਂ ਦਾ ਇਲਾਜ ਕਰਦੇ ਰਹੇ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਬੜਾ ਪਿਆਰਾ ਬਚਨ ਕਹਿੰਦੇ ਸਨ, ਕਹਿੰਦੇ ਬਾਬਾ ਵੈਦ ਰੋਗੀਆਂ ਦਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਲੋਕ ਕਹਿੰਦੇ ਸਨ ਵੀ ਇਹ ਬਾਬਾ ਜੀ ਰੋਗੀਆਂ ਦੇ ਵੈਦ ਨੇ। ਕਹਿੰਦੇ ਸੁਲਤਾਨਪੁਰੇ ਦੀ ਧਰਤੀ ਤੋਂ ਨਾਮ ਦੀ ਦਵਾ ਦਾ ਝੋਲਾ ਭਰ ਕੇ ਤੁਰ ਪਏ ਮਹਾਰਾਜ ਸੰਸਾਰ ਨੂੰ ਵੰਡਣ ਵਾਸਤੇ, ਕਿਉਂਕਿ ਨਬਜ ਪਛਾਣ ਗਏ ਵੀ ਇਹ ਰੋਗੀ ਨੇ। ਜਿੱਥੇ ਫਿਰ ਲੋੜ ਹੈ, ਜਿੱਥੇ ਜਿੱਥੇ ਕੋਈ ਰੋਗੀ ਨਜ਼ਰ ਆਉਂਦਾ, ਉੱਥੇ ਫਿਰ ਆਪ ਦਵਾ ਵੰਡਣ ਵਾਸਤੇ ਜਾਂਦੇ ਨੇ, ਕਿਉਂਕਿ ਪਰਉਪਕਾਰੀ ਸੁਭਾਅ ਹੈ ਮੇਰੇ ਪਾਤਸ਼ਾਹ ਦਾ। ਸੋ ਅਯੁੱਧਿਆ ਜਾ ਕੇ ਮਹਾਰਾਜ ਜਿਵੇਂ ਉੱਥੋਂ ਦੇ ਜੀਵਾਂ ਦਾ ਉਧਾਰ ਕਰਨਗੇ,
ਇਹ ਕਥਾ ਅਗਲਿਆਂ ਪ੍ਰਕਰਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,